ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਓਧਦ ਬੰਦਾ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਓਧਦ ਬੰਦਾ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਜਾਗਹਿ ਤਬ ਸੂਝਹਿ ਸੁਪਨ ਪਦਾਰਥ ਕੂਰ ਜਗਤ ਪਦਾਰਥ ਤਸ ਲਖੋ ਗਿਆਨ ਭਏ ਤੇ ਦੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾ ਹਜ਼ੂਰ सर्व कला भरपूर सतगुरु हमारी प्यारी अमृत धारी गुरनिमुख न मन ते टारी रे। दर्शन परसन सरसन हरसन रंग रंगी करतारी रे। खेन राम गुर गाम हर दम नह जाम हर कंठ नानक उरहारी रे। जगत गुरु श्री गुरु ग्रंथ साहिब जी महाराज जी की पावन पवित्र हजूरी च संध्या वेले दे सजे हुए दीवाना च हाजरियां भर के आप समूह बाई भाई प्रेमी जन अपने जीवन का कुछ कीमती समा गुरु लेखे ला के समय का लाहा प्राप्त कर रहे हो। अवर काज तेरा किता न काम मिल साध संगत भज केवल नाम।
ਗੁਰਦੇਵ ਦਾ ਹੁਕਮ ਹੈ ਕਿ ਐ ਗੁਰੂ ਕੀ ਸਿੱਖਾ, ਨਿਤਾ ਪ੍ਰਤੀ ਆਪਣੇ ਸਾਹਿਬ ਦੀ ਗੁਰੂ ਕੀ ਸੰਗਤ ਕਰ। 2 ਵਕਤ ਗੁਰੂ ਕੀ ਸੰਗਤ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਤੇ ਕਥਾ ਸਰਵਣ ਕਰ। ਇਹ ਹੁਕਮ ਹੈ ਸਤਿਗੁਰਾਂ ਦਾ ਰਹਿਤਨਾਮਿਆਂ ਵਿੱਚ ਆਪਣੇ ਸਿੱਖ ਪ੍ਰਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿਵੇਂ ਇੱਕ ਕਿਸ਼ਤੀ ਜਿਹਦੇ ਤੇ ਬਹੁਤ ਸਾਰਾ ਭਾਰ ਲੱਦਿਆ ਹੋਵੇ, ਜੇ ਉਹ ਦਰਿਆ ਤੋਂ ਪਾਣੀ ਤੋਂ 4 ਕੁੰਗਲ ਬਾਹਰ ਰਹੇ ਤਾਂ ਆਪਣੇ ਉੱਤੇ ਲੱਦੇ ਹੋਏ ਭਾਰ ਨੂੰ ਪਾਰ ਕਰਕੇ ਉਹ ਕਿਨਾਰੇ ਤੇ ਲੱਗ ਜਾਂਦੀ ਹੈ। ਪਰ ਜੇ ਉਹ 4 ਕੁੰਗਲ ਵੀ ਪਾਣੀ ਤੋਂ ਬਾਹਰ ਨਾ ਰਹੇ ਤੇ ਫਿਰ ਡੁੱਬ ਜਾਂਦੀ ਹੈ। ਮਨੁੱਖੀ ਜ਼ਿੰਦਗੀ ਇੱਕ ਕਿਸ਼ਤੀ ਵਾਂਗੂ ਹੈ। ਇਹਦੇ ਤੇ ਜਿਹੜੀਆਂ ਲੱਦੀਆਂ ਹੋਈਆਂ ਜ਼ਿੰਮੇਵਾਰੀਆਂ ਨੇ, ਸੰਸਾਰ ਦੇ ਕਾਰ ਵਿਹਾਰ ਨੇ, ਉਹ ਭਾਰ ਲੱਦਿਆ ਹੋਇਆ। ਤੇ ਜੇ 24 ਘੰਟਿਆਂ ਦੇ ਵਿੱਚੋਂ 4 ਘੜੀਆਂ ਗੁਰੂ ਕੀ ਸੰਗਤ ਵਾਸਤੇ ਗੁਰਸਿੱਖ ਕੱਢ ਲਵੇ ਤਾਂ ਇਹਦੀ ਜ਼ਿੰਦਗੀ ਰੂਪੀ ਕਿਸ਼ਤੀ ਜਿਹੜੀ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਕੇ ਕਿਨਾਰੇ ਲੱਗ ਜਾਏਗੀ। ਤੇ ਜੇ 4 ਘੜੀਆਂ ਸਮਾਂ ਵੀ ਰੋਜ਼ ਗੁਰੂ ਕੀ ਸੰਗਤ ਵਾਸਤੇ ਨਾ ਕੱਢ ਸਕੇ ਤਾਂ ਫਿਰ ਇਹ ਕਿਸ਼ਤੀ ਡੁੱਬਣ ਦੇ ਆਸਾਰ ਹਨ। ਗੁਰੂ ਸਾਹਿਬ ਨੇ ਦਇਆ ਕਰਕੇ, ਕਿਰਪਾ ਕਰਕੇ ਸਾਨੂੰ ਆਪਣੀ ਸੰਗਤ ਦਾ ਦਾਨ ਆਪਣੀ ਰਹਿਮਤ ਨਾਲ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੁਲਤਾਨਪੁਰ ਸਾਹਿਬ ਭੇਜਿਆ ਕਿ ਜਾ ਕੇ ਪਤਾ ਕਰੋ ਨਾਨਕ ਦਾ ਕੀ ਹਾਲ ਹੈ, ਮੈਂ ਕੁਝ ਖਬਰਾਂ ਸੁਣ ਰਿਹਾ। ਭਾਈ ਮਰਦਾਨਾ ਜੀ ਰਾਏ ਭੋਏ ਦੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਸਾਹਿਬ ਬੇਬੇ ਨਾਨਕੀ ਨੂੰ ਮਿਲੇ ਨੇ। ਬੇਬੇ ਨਾਨਕੀ ਨੂੰ ਆ ਕੇ ਪੁੱਛਿਆ ਤਾਂ ਬੇਬੇ ਜੀ ਨੇ ਕਿਹਾ ਤੁਸੀਂ ਵੀਰ ਜੀ ਨੂੰ ਜਾ ਕੇ ਪੁੱਛੋ, ਉਹ ਇੱਥੇ ਹੀ ਨਗਰ ਦੇ ਬਾਹਰ ਇੱਕ ਜੰਗਲ ਦੇ ਵਿੱਚ ਉਤਰੇ ਹੋਏ ਨੇ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਕੋਲ ਪਹੁੰਚੇ ਆ, ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕੀ ਖੇਡ ਹੈ? ਬੜਾ ਸੋਹਣਾ ਮੋਦੀ ਖਾਨਾ ਚੱਲਦਾ ਸੀ। ਆਪ ਜੀ ਨੇ ਮੋਦੀ ਖਾਨੇ ਦੀ ਕ੍ਰਿਤ ਤਿਆਗ ਦਿੱਤੀ ਹੈ। ਮੈਨੂੰ ਪਿਤਾ ਜੀ ਨੇ ਤੁਹਾਡੀ ਖਬਰ ਲੈਣ ਲਈ ਭੇਜਿਆ ਹੈ। ਜਿਸ ਵਕਤ ਸਤਿਗੁਰੂ ਜੀ ਨੇ ਭਾਈ ਮਰਦਾਨੇ ਦੇ ਬਚਨ ਸੁਣੇ, ਗੁਰਦੇਵ ਨੇ ਆਖਿਆ ਭਾਈ ਮਰਦਾਨਾ ਜੀ ਇਹ ਸੰਸਾਰ ਅਸਾਰ ਹੈ। ਅਸੀਂ ਜਿਹੜਾ ਇਹ ਸਵਰੂਪ ਧਾਰਨ ਕੀਤਾ ਹੈ ਇਹਦਾ ਵੀ ਕਾਰਨ ਹੈ। ਜਦੋਂ ਤੁਸੀਂ ਸਾਨੂੰ ਪਹਿਲੀ ਵੇਰੀ ਮਿਲੇ ਸੀ ਅਸੀਂ ਤੁਹਾਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀ, ਤੰਤੀ ਸਾਜ ਦੀ ਵਿਦਿਆ ਪ੍ਰਦਾਨ ਕੀਤੀ ਸੀ। ਉਹਦੀ ਹੁਣ ਲੋੜ ਪੈਣੀ ਹੈ ਭਾਈ ਮਰਦਾਨਾ ਜੀ। ਇਹ ਜਗਤ ਅਸਾਰ ਹੈ, ਨਾਸ਼ਵਾਨ ਹੈ, ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨਾ ਜਦੋਂ ਤੱਕ ਵੇਖ ਰਹੇ ਹਾਂ ਉਦੋਂ ਤੱਕ ਸੱਤ ਭਾਸਦਾ ਹੈ, ਪਰ ਜਦੋਂ ਅੱਖਾਂ ਖੁੱਲ੍ਹ ਜਾਣ ਤਾਂ ਪਤਾ ਲੱਗ ਜਾਂਦਾ ਹੈ ਕਿ ਸੁਪਨਾ ਸੀ ਔਰ ਝੂਠਾ ਸੀ। ਇਹ ਪਾਵਨ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਕੇ ਭਾਈ ਮਰਦਾਨਾ ਜੀ ਤੇ ਕਿਰਪਾ ਕਰ ਰਹੇ ਨੇ। ਭਾਈ ਮਰਦਾਨੇ ਨੂੰ ਆਤਮ ਗਿਆਨ ਦੀ ਸੋਝੀ ਪ੍ਰਦਾਨ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਜੀਵਨ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਜਾਗ ਹੈ ਤਬ ਸੂਝੇ, ਸੁਪਨ ਪਦਾਰਥ ਕੋਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦਿਆਂ ਕਹਿੰਦੇ ਭਾਈ ਮਰਦਾਨਾ ਜੀ, ਜਦੋਂ ਮਨੁੱਖ ਜਾਗਦਾ ਹੈ, ਜਾਗਣ ਤੋਂ ਬਾਅਦ ਉਹਨੂੰ ਸੁੱਝਦਾ, ਪਤਾ ਲੱਗਦਾ ਹੈ ਕਿ ਜੋ ਮੈਂ ਸੁਪਨੇ 'ਚ ਵੇਖਿਆ ਸੀ ਉਹਦੇ 'ਚ ਜੋ ਪਦਾਰਥ ਵੇਖੇ ਸੀ ਸਭ ਝੂਠੇ ਨੇ।
ਸੁਪਨੇ ਵਿੱਚ ਬਹੁਤ ਕੁਝ ਅਸੀਂ ਕਲਪ ਲੈਂਦੇ ਹਾਂ, ਸੁਪਨੇ ਵਿੱਚ ਬਹੁਤ ਕੁਝ ਨਜ਼ਰ ਆਉਂਦਾ, ਸੁਪਨੇ ਵਿੱਚ ਬਹੁਤ ਸਾਰਾ ਪਸਾਰਾ ਦਿਸਦਾ ਹੈ। ਪਰ ਜਦੋਂ ਮਨੁੱਖ ਜਾਗਦਾ ਹੈ, ਫਿਰ ਪਤਾ ਲੱਗਦਾ ਹੈ ਵੀ ਇਹ ਸਭ ਕੁਝ ਝੂਠ ਸੀ, ਨਾਸ਼ਵਾਨ ਸੀ, ਇਹ ਸੱਚ ਨਹੀਂ ਸੀ। ਇਸੇ ਤਰ੍ਹਾਂ ਜਦੋਂ ਮਨੁੱਖ ਗਿਆਨ ਦੀ ਅਵਸਥਾ ਵਿੱਚ ਜਾਗਦਾ ਹੈ, ਅਗਿਆਨਤਾ ਦੀ ਨੀਂਦ ਵਿੱਚੋਂ ਜਦੋਂ ਜਾਗਦਾ ਹੈ, ਉਸ ਵੇਲੇ ਇਹ ਸੰਸਾਰ ਸੁਪਨੇ ਦੀ ਨਿਆਈ, ਨਾਸ਼ਵਾਨ ਤੇ ਨਾ ਰਹਿਣ ਵਾਲਾ ਪ੍ਰਤੀਤ ਹੁੰਦਾ ਹੈ। ਜਗਤ ਪਦਾਰਥ ਤਸ ਲਖੋ, ਗਿਆਨ ਭਏ ਤੇ ਦੂਰ। ਜਿਵੇਂ ਜਾਗਣ ਨਾਲ ਸੁਪਨਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਗਿਆਨ ਹੋ ਜਾਏ ਉਦੋਂ ਜਗਤ ਦੇ ਪਦਾਰਥ ਜਿਹੜੇ ਨੇ ਕੂਰ ਝੂਠੇ ਪ੍ਰਤੀਤ ਹੁੰਦੇ ਹੈ। ਇਹ ਜਗਤ ਦੇ ਸਾਰੇ ਪਦਾਰਥ ਉਸ ਵੇਲੇ ਨਾਸ਼ ਹੋ ਜਾਂਦੇ ਹਨ। ਚੌਪਈ ਸ੍ਰੀ ਨਾਨਕ ਬਚ ਸੁਨੇ ਸੁਭਾਗੋ। ਭਾਗਾਂ ਵਾਲੇ ਭਾਈ ਮਰਦਾਨਾ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਸੁਣੇ, ਭਇਓ ਸਹਿਜ ਹਿਰਦੇ ਵਿਰਾਗੋ। ਸਹਿਜੇ ਹੀ ਸੁਤੇ ਸਿੱਧੀ ਭਾਈ ਮਰਦਾਨਾ ਜੀ ਦੇ ਹਿਰਦੇ 'ਚ ਸੰਸਾਰ ਦੇ ਪਦਾਰਥਾਂ ਵੱਲੋਂ ਵਿਰਾਗ ਉਪਜਾਇਆ। ਗੁਰੂ ਨਾਨਕ ਸਾਹਿਬ ਦੇ ਬਚਨ ਸੁਣਦਿਆਂ ਸਾਰ ਭਾਈ ਮਰਦਾਨਾ ਜੀ ਦੇ ਹਿਰਦੇ ਵਿੱਚ ਪਦਾਰਥਾਂ ਪ੍ਰਤੀ ਵਿਰਾਗ ਉਪਜਾਇਆ। ਜਾਹੇ ਨਾਮ ਅਗਿਆਨ ਮਿਟਾਵਹਿ। ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਨਾਂ ਲਿਆ ਅਗਿਆਨ ਦੀ ਨਿਵਰਤੀ ਹੋ ਜਾਂਦੀ ਹੈ। ਜਦੋਂ ਰਸਨਾ ਤੋਂ ਕਹੀਏ ਨਾ ਧੰਨ ਗੁਰੂ ਨਾਨਕ, ਤਾਂ ਉਸ ਵਕਤ ਅਗਿਆਨ ਦੀ ਅਵਿਦਿਆ ਦੀ ਨਿਵਰਤੀ ਹੋ ਜਾਂਦੀ ਹੈ। ਤੇ ਉਪਦੇਸ਼ ਬੋਧ ਕਿਉਂ ਨਾ ਆਵਹਿ। ਜਿਨ੍ਹਾਂ ਦਾ ਨਾਂ ਲਿਆ ਅਗਿਆਨ ਦੂਰ ਹੋ ਜਾਂਦਾ ਹੈ, ਉਹ ਜਦੋਂ ਉਪਦੇਸ਼ ਦੇਣ ਤੇ ਭਲਾ ਗਿਆਨ ਦੀ ਪ੍ਰਾਪਤੀ ਕਿਉਂ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਦਾ ਨਾਂ ਲਿਆ ਅਗਿਆਨ ਦੀ ਨਿਵਰਤੀ ਹੋ ਜਾਂਦੀ ਹੈ, ਉਹ ਜਦੋਂ ਉਪਦੇਸ਼ ਦੇਣ ਤੇ ਗਿਆਨ ਕਿਉਂ ਨਾ ਹੋਵੇ। ਭਾਈ ਮਰਦਾਨਾ ਜੀ ਨੂੰ ਜਦੋਂ ਸਤਿਗੁਰਾਂ ਉਪਦੇਸ਼ ਦਿੱਤਾ ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਹਿਰਦੇ 'ਚ ਗਿਆਨ ਉਪਜਾਇਆ। ਸੰਸਾਰ ਦੇ ਪਦਾਰਥਾਂ ਵੱਲੋਂ ਉਦਾਸੀ ਤੇ ਉਪਰਾਮਤਾ ਦੀ ਬਿਰਤੀ ਪੈਦਾ ਹੋ ਗਈ। ਬਿਗਸ ਬਦਨ ਤੇ ਬਚਨ ਪ੍ਰਕਾਸ਼ਾ। ਬੜੇ ਖੇੜੇ ਵਿੱਚ ਖਿੜ ਕੇ ਭਾਈ ਮਰਦਾਨਾ ਜੀ ਬੋਲੇ, ਇੱਛਾ ਗਵਨ ਕਰਨ ਕਹਿ ਆਸਾ। ਕਹਿਣ ਲੱਗੇ, ਮਹਾਰਾਜ ਜੀ ਆਪ ਜੀ ਦੀ ਇੱਛਾ ਕਿਸ ਪਾਸੇ ਜਾਣ ਦੀ ਹੈ। ਕਿਉਂਕਿ ਸਤਿਗੁਰਾਂ ਕਿਹਾ ਨਾ, ਮਰਦਾਨਿਆ ਹੁਣ ਤੂੰ ਸਾਡੇ ਨਾਲ ਰਹਿਣਾ। ਤਾਂ ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਹੁਕਮ ਕਰੋ, ਆਪ ਜੀ ਹੁਣ ਕਿਸ ਪਾਸੇ ਜਾਣਾ ਚਾਹੁੰਦੇ ਹੋ। ਤੁਮ ਕਾਰਜ ਜੋ ਮਮ ਆਧੀਨਾ। ਮਹਾਰਾਜ ਜਿਹੜਾ ਆਪ ਜੀ ਦਾ ਕਾਰਜ ਮੇਰੇ ਅਧੀਨ ਹੈ, ਤੁਸੀਂ ਕਹਿੰਦੇ ਹੋ ਮਰਦਾਨਿਆ ਉਹ ਕੰਮ ਤੂੰ ਹੀ ਕਰ ਸਕਦਾ। ਤੇ ਮਹਾਰਾਜ ਤੁਹਾਡਾ ਕਾਰਜ ਜੋ ਮੇਰੇ ਅਧੀਨ ਹੈ, ਕਰੋ ਕਿਉਂ ਨਾ ਮੈਂ ਹੋਏ ਛਲਹੀਨਾ। ਮਹਾਰਾਜ ਭਲਾ ਮੈਂ ਕਿਉਂ ਨਾ ਕਰਾਂ। ਤੁਹਾਡਾ ਕਾਰਜ ਜੋ ਮੈਂ ਕਰ ਸਕਦਾ ਹੋਵਾਂ, ਮੇਰੇ ਅਹੋ ਭਾਗ। ਤੁਸੀਂ ਸਾਰੇ ਸੰਸਾਰ ਦੇ ਕੰਮ ਕਰਨ ਵਾਲੇ ਹੋ ਦਿਆਲੂ ਸਾਹਿਬ, ਤੁਹਾਡਾ ਕਾਰਜ ਮੇਰੇ ਅਧੀਨ ਹੋਵੇ, ਮੈਂ ਕਿਉਂ ਨਾ ਕਰਾਂ। ਮੈਂ ਛਲ ਤੋਂ ਬਿਨਾਂ ਹੋ ਕੇ ਕਰਾਂਗਾ। ਤੁਮਰੇ ਦਰਸ਼ ਕਰਖ ਮਨ ਲਿਆ। ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਨੇ ਮੇਰਾ ਮਨ ਖਿੱਚ ਲਿਆ। ਤੁਹਾਡੇ ਦਰਸ਼ਨਾਂ ਨੇ ਮੇਰਾ ਮਨ ਆਪਣੇ ਚਰਨਾਂ ਵਿੱਚ ਆਕਰਸ਼ਿਤ ਕਰ ਲਿਆ, ਖਿੱਚ ਲਿਆ। ਏਕ ਆਸ ਨਾਹੀ ਅਬ ਬੀਆ। ਮਹਾਰਾਜ ਹੁਣ ਤਾਂ ਇੱਕੋ ਹੀ ਆਸ ਹੈ, ਹੋਰ ਕੋਈ ਆਸ ਮਨ 'ਚ ਨਹੀਂ ਰਹੀ। ਜਗਤ ਵਿਕਾਰਨ ਤੇ ਪੇਸ਼ਾਂਤੀ। ਸੰਸਾਰ ਦੇ ਜਿਤਨੇ ਵਿਕਾਰ ਨੇ, ਉਹਨਾਂ ਵਿਕਾਰਾਂ ਵੱਲੋਂ ਮੇਰਾ ਮਨ ਸ਼ਾਂਤ ਹੋ ਗਿਆ। ਭਾਈ ਮਰਦਾਨਾ ਜੀ ਦੇ ਜਦੋਂ ਸਾਹਿਬ ਦੇ ਬਚਨ ਸੁਣੇ, ਵੇਖੋ ਗੁਰੂ ਸਾਹਿਬ ਦੇ ਬਚਨਾਂ ਦੀ ਕਲਾ ਕਿਵੇਂ ਵਰਤੀ। ਭਾਈ ਮਰਦਾਨਾ ਜੀ ਤਾਂ ਪੂਰਬਲੇ ਜਨਮਾਂ ਦੀ ਭਗਤੀ ਸੀ, ਉਸੇ ਵੇਲੇ ਫਲ ਪ੍ਰਾਪਤ ਹੋਇਆ। ਕਹਿਣ ਲੱਗੇ, ਮਹਾਰਾਜ ਮੇਰੇ ਮਨ 'ਚੋਂ ਜਿਤਨੇ ਵਿਕਾਰ ਸੀ, ਉਹਨਾਂ ਵਿਕਾਰਾਂ ਵੱਲੋਂ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਹੋਰ ਆਨੰਦ ਉਪਜਾ ਬਹੁ ਭੰਤੇ। ਮਹਾਰਾਜ ਹਿਰਦੇ 'ਚ ਆਨੰਦ ਹੀ ਆਨੰਦ ਹੋ ਆਇਆ ਹੈ। ਹਿਰਦੇ ਨੂੰ ਆਨੰਦ ਹੀ ਆਨੰਦ ਪ੍ਰਗਟ ਹੋ ਆਇਆ ਹੈ। ਦੋਹਰਾ ਕਿਤ ਦਿਸ਼ ਕਰੋ ਪਿਆਨ ਅਬ, ਸੰਗ ਲੈ ਕਰ ਮੋਹ। ਗਰੀਬ ਨਵਾਜ ਜੀ ਆਪ ਜੀ ਹੁਣ ਕਿਰਪਾ ਕਰਕੇ ਦੱਸੋ ਕਿ ਕਿਸ ਪਾਸੇ ਆਪ ਜੀ ਮੈਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ। ਹੁਣ ਤੁਸੀਂ ਕਿਸ ਦਿਸ਼ਾ ਨੂੰ ਪਿਆਨ ਕਰਨਾ ਹੈ,
ਕਿਸ ਪਾਸੇ ਨੂੰ ਚੱਲ ਕੇ ਜਾਣਾ ਹੈ ਨਾਲ ਲੈ ਕੇ। ਸੁਨ ਮਰਦਾਨੇ ਕੇ ਬਚਨ, ਬੋਲੇ ਆਨੰਦ ਸੰਦੋਹ। ਆਨੰਦ ਦੀ ਮੂਰਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੇ ਬਚਨ ਸੁਣੇ, ਸੁਣ ਕੇ ਦਿਆਲ ਸਤਿਗੁਰੂ ਕਿਰਪਾਲੂ ਸਤਿਗੁਰੂ ਜੀ ਬੋਲੇ, ਚੌਪਈ ਨਹੀਂ ਪ੍ਰਥਮ ਇਹ ਕੋਈ ਵਿਚਾਰਾ। ਮਹਾਰਾਜ ਜੀ ਕਹਿੰਦੇ ਮਰਦਾਨਾ ਜੀ, ਇਹ ਪਹਿਲਾਂ ਅਸੀਂ ਕੋਈ ਵਿਚਾਰ ਨਹੀਂ ਕੀਤੀ ਵੀ ਜਾਣਾ ਕਿੱਥੇ। ਅਸੀਂ ਕੋਈ ਟਿਕਾਣਾ ਮੁਕਰਰ ਨਹੀਂ ਕੀਤਾ ਵੀ ਫਲਾਣੇ ਸ਼ਹਿਰ ਜਾਣਾ ਹੈ ਜਾਂ ਫਲਾਣੇ ਨਗਰ ਜਾਂ ਫਲਾਣੀ ਦਿਸ਼ਾ ਜਾਣਾ ਹੈ। ਮਹਾਰਾਜ ਜੀ ਕਹਿੰਦੇ ਇਹਦੇ ਬਾਰੇ ਅਸੀਂ ਹਾਲੇ ਕੋਈ ਵਿਚਾਰ ਨਹੀਂ ਕੀਤੀ। ਜਹ ਲੈ ਜਾਵੇ ਸ਼੍ਰੀ ਕਰਤਾਰਾ। ਹਾਂ, ਜਿੱਥੇ ਕਰਤਾਰ ਲੈ ਕੇ ਜਾਵੇਗਾ ਉੱਥੇ ਜਾਵਾਂਗੇ। ਮਹਾਰਾਜ ਜੀ ਕਹਿੰਦੇ, ਭਾਈ ਮਰਦਾਨੇ ਨੇ ਪੁੱਛਿਆ ਨਾ, ਮਹਾਰਾਜ ਕਿੱਥੇ ਲੈ ਕੇ ਚੱਲੋਗੇ, ਨਾਲ ਕਿੱਥੇ ਜਾਣਾ ਹੈ? ਮਹਾਰਾਜ ਕਹਿੰਦੇ ਇਹਦੇ ਬਾਰੇ ਨਹੀਂ ਅਸੀਂ ਸੋਚਿਆ। ਕਰਤਾਰ ਦੇ ਹੱਥ ਵਿੱਚ ਡੋਰ ਹੈ, ਜਿੱਧਰ ਕਰਤਾਰ ਦੀ ਰਜ਼ਾ ਹੋਵੇਗੀ ਉਸੇ ਪਾਸੇ ਚੱਲਾਂਗੇ। ਤਿਤ ਦਿਸ਼ ਚਲਹੁ ਸੰਗ ਹਰਿ ਖਾਏ। ਜਿੱਧਰ ਕਰਤਾਰ ਲੈ ਕੇ ਜਾਏਗਾ ਮਰਦਾਨਿਆਂ ਸਾਨੂੰ, ਉਸੇ ਪਾਸੇ ਤੂੰ ਸਾਡੇ ਨਾਲ ਚੱਲ ਪਵੇਂ। ਮੋਹ ਲੋਭ ਕਹੋ ਹਿਰਦੇ ਬਿਹਾਏ। ਹਿਰਦੇ ਦੇ ਮੋਹ ਨੂੰ ਔਰ ਲੋਭ ਨੂੰ ਇਹਨੂੰ ਦੂਰ ਕਰ ਦੇ, ਇਹਨੂੰ ਤਿਆਗ ਦੇ। ਮੋਹ ਤੇ ਲੋਭ ਆਦਿਕ ਵਿਕਾਰਾਂ ਦਾ ਤਿਆਗ ਕਰਕੇ ਸਾਡੇ ਨਾਲ ਚੱਲ ਜਿੱਧਰ ਅਸੀਂ ਚੱਲਣਾ ਹੈ। ਸੁਨ ਪ੍ਰਭ ਏਕ ਕਠਨ ਬਿਦ ਮੋਹ। ਸੁਣ ਕੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਬੋਲੇ, ਗਰੀਬ ਨਵਾਜ ਤੁਹਾਡਾ ਹੁਕਮ ਸਿਰ ਮੱਥੇ, ਜਿੱਥੇ ਕਹੋਗੇ ਨਾਲ ਚੱਲਾਂਗਾ ਮਹਾਰਾਜ। ਮੈਂ ਤੁਹਾਡੇ ਦਰ ਘਰ ਦਾ ਗੋਲਾ ਲਾਲਾ ਹਾਂ ਮਹਾਰਾਜ, ਪਰ ਮੇਰੀ ਬੇਨਤੀ ਹੈ, ਇੱਕ ਸਮੱਸਿਆ ਹੈ। ਦੋ ਦਿਸ਼ ਤੇ ਮੁਸ਼ਕਲ ਸੀ ਜੋਹੂ। ਦੋਹਾਂ ਪਾਸਿਓਂ ਮੇਰੇ ਲਈ ਮੁਸ਼ਕਲ ਬਣ ਰਹੀ ਹੈ। ਮੇਰੇ ਲਈ ਜਿਹੜੀ ਇੱਕ ਸਮੱਸਿਆ ਹੈ ਉਹ ਦੋਹਾਂ ਪਾਸਿਓਂ ਮੁਸ਼ਕਲ ਬਣ ਰਹੀ ਹੈ। ਉਹ ਕੀ ਹੈ ਦੱਸਦਾ ਹਾਂ। ਤੁਮਰੇ ਸ਼ੁੱਧ ਸੁਨ ਪਿਤ ਮਹਤਾਰੇ। ਮਹਾਰਾਜ ਜੀ ਤੁਹਾਡੇ ਬਾਰੇ ਜਦੋਂ ਤੁਹਾਡੇ ਪਿਤਾ ਮਹਿਤਾ ਕਾਲੂ ਜੀ ਔਰ ਮਾਤਾ ਜੀ ਨੇ ਸੁਣਿਆ, ਸਦਨੈ ਤੇ ਮੁਜਲੀਨ ਹਕਾਰੇ। ਉਹਨਾਂ ਮੈਨੂੰ ਘਰੋਂ ਸੱਦ ਲਿਆ। ਮੈਨੂੰ ਰਾਏ ਭੋਏ ਦੀ ਤਲਵੰਡੀ ਮੇਰੇ ਘਰੋਂ ਪਿਤਾ ਜੀ ਨੇ ਬੁਲਾ ਲਿਆ। ਕੁਸ਼ਲ ਲੈਨ ਮੁਝ ਦੁਰਤ ਪਠਾਇਆ। ਔਰ ਤੁਹਾਡਾ ਸੁਖ ਸੁਨੇਹਾ ਲੈਣ ਲਈ ਮੈਨੂੰ ਪਿਤਾ ਜੀ ਨੇ ਬੜੀ ਕਾਹਲੀ ਨਾਲ ਇੱਥੇ ਤੁਹਾਡੇ ਕੋਲ ਸੁਲਤਾਨਪੁਰ ਸਾਹਿਬ ਭੇਜਿਆ ਹੈ। ਬਿਨ ਬਿਲੰਬ ਹਾਂ ਆਇਓ ਧਾਇਆ। ਤੇ ਮਹਾਰਾਜ ਜੀ ਮੈਂ ਬਿਨਾਂ ਦੇਰੀ ਤੋਂ ਦੌੜ ਕੇ ਭੱਜ ਕੇ ਤੁਹਾਡੇ ਕੋਲ ਆਇਆ ਹਾਂ। ਇਤ ਦਿਸ਼ ਕੇ ਉਡੀਕੋ ਸੋ ਕਰਹੇ। ਮਹਾਰਾਜ ਜੀ ਉਹ ਮੇਰੀ ਉਡੀਕ ਕਰਦੇ ਹੋਣਗੇ, ਪਿਤਾ ਜੀ ਇਸ ਪਾਸੇ ਵੇਖਦੇ ਹੋਣਗੇ ਕਿ ਮਰਦਾਨਾ ਖਬਰ ਲੈ ਕੇ ਵਾਪਸ ਆਵੇਗਾ। ਰਾਵਰ ਕੇ ਚਿੰਤਾ ਧਰਹੇ। ਕਿਉਂਕਿ ਪਿਤਾ ਜੀ ਦੇ ਮਨ ਵਿੱਚ ਤੁਹਾਡੀ ਚਿੰਤਾ ਹੈ, ਪਿਤਾ ਜੀ ਦੇ ਮਨ ਵਿੱਚ ਤੁਹਾਡਾ ਫਿਕਰ ਹੈ। ਦੋਹਰਾ ਨਿਜਰ ਜਾਏ ਟਿਗ ਰਹਿਨ ਕੇ, ਯਾ ਬਿਦ ਮੁਸ਼ਕਲ ਮੋਹੇ। ਉਧਰ ਪਿਤਾ ਜੀ ਉਡੀਕਦੇ ਹੋਣਗੇ ਮੈਨੂੰ ਕਿ ਮਰਦਾਨਾ ਆ ਕੇ ਖਬਰ ਦੇਵੇ, ਤੇ ਇਧਰ ਤੁਹਾਡਾ ਹੁਕਮ ਹੈ ਕਿ ਮੈਂ ਤੁਹਾਡੇ ਨਾਲ ਰਹਾ। ਮਹਾਰਾਜ ਮੇਰੇ ਲਈ ਇਹ ਦੁਚਿੱਤੀ ਬਣ ਗਈ ਹੈ ਕਿ ਉਧਰ ਪਿਤਾ ਜੀ ਉਡੀਕਦੇ ਨੇ, ਇਧਰ ਤੁਸੀਂ ਹੁਕਮ ਲਾ ਦਿੱਤਾ ਕਿ ਮਰਦਾਨਿਆਂ ਤੂੰ ਸਾਡੇ ਨਾਲ ਰਹਿਣਾ। ਹੁਣ ਮਹਾਰਾਜ ਜੀ ਮੇਰੇ ਲਈ ਇਹ ਦੁਚਿੱਤੀ ਹੈ, ਮੈਂ ਕੀ ਕਰਾਂ। ਜਾਨੋ ਬਨੈ ਨ ਅਬ ਤਹਾਂ, ਸੋ ਚਿੰਤਾ ਤੁਰ ਹੋਹੇ। ਮਹਾਰਾਜ ਜੀ ਤੁਹਾਡਾ ਹੁਕਮ ਤੁਹਾਡੇ ਕੋਲ ਰਹਿਣ ਦਾ ਮੇਰਾ, ਤੇ ਪਿੱਛੇ ਮੈਂ ਹੁਣ ਵਾਪਸ ਜਾ ਨਹੀਂ ਸਕਦਾ। ਤੇ ਪਿਤਾ ਜੀ ਹੋਣੀ ਚਿੰਤਾ ਵਿੱਚ ਹੋਣਗੇ ਕਿ ਮਰਦਾਨਾ ਖਬਰੇ ਕਿਉਂ ਨਹੀਂ ਆਇਆ, ਉਹਨੇ ਆ ਕੇ ਸਾਨੂੰ ਖਬਰ ਕਿਉਂ ਨਹੀਂ ਦਿੱਤੀ। ਉਹ ਉਧਰ ਚਿੰਤਾ ਦੇ ਵਿੱਚ ਬੈਠੇ ਹੋਣਗੇ। ਚੌਪਈ ਸ਼੍ਰੀ ਗੁਰ ਭਨੇ ਸੁਨਹੁ ਮਰਦਾਨਾ। ਜਦੋਂ ਭਾਈ ਮਰਦਾਨਾ ਜੀ ਨੇ ਉਹ ਬੇਨਤੀ ਕੀਤੀ ਸੁਣ ਕੇ ਸ਼੍ਰੀ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿੰਦੇ ਮਰਦਾਨਾ ਜੀ ਸੁਣੋ। ਕਰਹੁ ਆਪ ਜੋ ਭਲ ਮਨ ਮਾਨਾ। ਮਹਾਰਾਜ ਜੀ ਕਹਿੰਦੇ ਜਿਵੇਂ ਤੇਰੇ ਮਨ ਚ ਆਉਂਦੀ ਆ ਤਿਵੇਂ ਭਲਾ ਕਰ। ਹਮਰੇ ਸੰਗ ਕਠਨਤਾ ਰਹਿਣਾ। ਆ ਮਰਦਾਨਿਆ ਤੈਨੂੰ ਇੱਕ ਗੱਲ ਪਹਿਲਾਂ ਸਾਫ਼ ਦੱਸ ਦਈਏ ਵੀ ਸਾਡੇ ਨਾਲ ਰਹਿਣਾ ਬੜਾ ਔਖਾ ਹੋਵੇਗਾ। ਪਾਤਸ਼ਾਹ ਕਹਿੰਦੇ
ਮਰਦਾਨਿਆਂ ਅੱਗੇ ਤੇਰੀ ਮਰਜ਼ੀ ਆ, ਤੂੰ ਵੇਖ ਕੇ ਤੇਰਾ ਭਲਾ ਕਾਹਦੇ ਵਿੱਚ ਹੈ ਤੇ ਤੂੰ ਕੀ ਕਰਨਾ। ਅਸੀਂ ਤੈਨੂੰ ਇੱਕ ਗੱਲ ਸਪਸ਼ਟ ਦੱਸ ਦਈਏ ਕਿ ਸਾਡੇ ਨਾਲ ਰਹਿਣਾ ਬੜਾ ਕਠਿਨ ਹੋਵੇਗਾ। ਤ੍ਰਿਸ਼ਨਾ ਦਹਨ ਬਿਖੈ ਜੋ ਦਹਨਾ, ਜਿਹੜੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲ ਰਹੇ ਹੋਣਗੇ ਉਹ ਸਾਡੇ ਨਾਲ ਨਹੀਂ ਰਹਿ ਸਕਣਗੇ। ਤੋਏ ਸੰਤੋਖ ਬੁਝਾਵਨ ਕਰਹੇ, ਕਹਿੰਦੇ ਭਾਈ ਉਹ ਸੰਤੋਖ ਦੇ ਪਾਣੀ ਨਾਲ ਆਪਣੇ ਹਿਰਦੇ ਦੀ ਤ੍ਰਿਸ਼ਨਾ ਨੂੰ ਬੁਝਾ ਲੈਂਦੇ ਆ ਜਿਹੜੇ ਗੁਰਮੁਖ ਨੇ। ਸੋ ਹਮ ਸੰਗਤ ਕੋ ਅਨੁਸਰਹੇ, ਮਹਾਰਾਜ ਜੀ ਕਹਿੰਦੇ ਸੰਤੋਖ ਦੇ ਜਲ ਨਾਲ ਜਿਹੜੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦੇ ਆ ਉਹੀ ਸਾਡੇ ਨਾਲ ਰਹਿ ਸਕਦੇ ਨੇ, ਸਾਡੇ ਨਾਲ ਉਹੀ ਨਿਭ ਸਕਦੇ ਨੇ ਜਿਨ੍ਹਾਂ ਅੰਦਰ ਸਬਰ ਤੇ ਸੰਤੋਖ ਹੋਵੇਗਾ। ਬਿਨਾਂ ਸੰਤੋਖ ਵਾਲੇ, ਤ੍ਰਿਸ਼ਨਾ ਦੀ ਅੱਗ 'ਚ ਸੜਨ ਵਾਲੇ ਸਾਡੀ ਸੰਗਤ ਕਦੇ ਨਹੀਂ ਕਰ ਸਕਦੇ, ਉਹ ਸਾਡੇ ਨਾਲ ਕਦੇ ਨਹੀਂ ਰਹਿ ਸਕਦੇ। ਬੜੇ ਡੂੰਘੇ ਬਚਨ ਨੇ ਸਾਹਿਬ ਦੇ। ਲਾਲਚ ਤੇ ਲੋਭ ਦੇ ਰੰਗ ਵਿੱਚ ਰੰਗੇ ਕਦੇ ਗੁਰੂ ਪਾਸ ਨਹੀਂ ਰਹਿ ਸਕਦੇ। ਜਿਨ੍ਹਾਂ ਅੰਦਰ ਸੰਤੋਖ ਹੈ, ਜਿਨ੍ਹਾਂ ਅੰਦਰ ਸਬਰ ਹੈ, ਉਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਦਾ ਆਨੰਦ ਮਾਣਦੇ ਹਨ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸੰਤੋਖ ਦੇ ਜਲ ਨਾਲ ਆਪਣੇ ਹਿਰਦੇ ਦੀ ਤ੍ਰਿਸ਼ਨਾ ਨੂੰ, ਅੱਗ ਨੂੰ ਬੁਝਾ ਦਿੱਤਾ ਹੈ, ਉਹੀ ਸਾਡੇ ਨਾਲ ਰਹਿਣਗੇ। ਅਸਨ ਬਸਨ ਪ੍ਰਾਪਤ ਤੇ ਕਾਲੋ, ਮਰਦਾਨਾ ਜੀ ਜਦੋਂ ਅਸੀਂ ਜਾਣਾ, ਖਬਰੇ ਕਰਤਾਰ ਨੇ ਕਿੱਥੇ ਕਿੱਥੇ ਡਿਊਟੀ ਲਾਈ ਤੇ ਕਿੱਥੇ ਕਿੱਥੇ ਜਾਣਾ, ਉੱਥੇ ਖਾਣ ਨੂੰ ਭੋਜਨ ਨਹੀਂ ਮਿਲਣਾ ਕਈ ਕਈ ਦਿਨ। ਮਰਦਾਨਿਆਂ ਪਹਿਨਣ ਨੂੰ ਕੱਪੜਾ ਵੀ ਸ਼ਾਇਦ ਨਾ ਪ੍ਰਾਪਤ ਹੋਵੇ। ਨਹਿ ਪਾਵਹਿ ਜਨ ਹੋਏ ਬਿਹਾਲੋ, ਤੇ ਕਈ ਐਸੇ ਹੁੰਦੇ ਜਿਨ੍ਹਾਂ ਨੂੰ ਅਸਨ ਬਸਨ ਨਾ ਮਿਲੇ, ਬਸਤਰ ਤੇ ਖਾਣ ਨੂੰ ਪ੍ਰਾਪਤ ਨਾ ਹੋਵੇ, ਉਹ ਬਿਹਾਲ ਹੋ ਜਾਂਦੇ ਹਨ। ਸੁਖ ਭੋਗਨ ਜੇ ਪਿਆਸ ਬਿਲਾਸਾ, ਤੇ ਉਹ ਨਹੀਂ ਫਿਰ ਸਾਡੇ ਨਾਲ ਰਹਿ ਸਕਣਗੇ। ਹਾਂ ਮਰਦਾਨਿਆਂ, ਜੇ ਤੇਰੇ ਅੰਦਰ ਸੁਖ ਭੋਗਣ ਦੀ ਇੱਛਾ ਹੈ, ਜੇ ਤੂੰ ਚਾਹੁੰਦਾ ਕਿ ਪਰਿਵਾਰ ਦੇ ਘਰ ਦੇ ਸੁੱਖਾਂ ਨੂੰ ਮਾਣਨਾ, ਤਉ ਜਾਵੋ ਕਾਲੋ ਪਿਤ ਪਾਸਾ, ਤੇ ਫਿਰ ਤੁਸੀਂ ਸਾਡੇ ਪਿਤਾ ਜੀ ਦੇ ਪਾਸ ਜਾਓ, ਜਾ ਕੇ ਉਹਨਾਂ ਨੂੰ ਖਬਰ ਦਿਓ, ਸੁਨੇਹਾ ਦਿਓ ਤੇ ਆਪਣੇ ਘਰ 'ਚ ਆਨੰਦ ਮਾਣੋ, ਪਰਿਵਾਰ ਨਾਲ ਸੁਖ ਮਾਣੋ। ਮਹਾਰਾਜ ਜੀ ਕਹਿੰਦੇ ਜੇ ਤੇਰੇ ਅੰਦਰ ਸੁਖ ਦੀ, ਸਾਡੇ ਨਾਲ ਰਹਿ ਕੇ ਤਾਂ ਭੁੱਖੇ ਵੀ ਰਹਿਣਾ ਪੈਣਾ, ਪਿਆਸੇ ਵੀ ਰਹਿਣਾ ਪੈਣਾ। ਮਰਦਾਨਿਆਂ ਕਦੇ ਪਾਣੀ ਵੀ ਹੋ ਸਕਦਾ ਨਾ ਮਿਲੇ, ਤੇ ਜੇ ਮਨਜ਼ੂਰ ਹੈ ਤਾਂ ਆ ਜਾ। ਤੇ ਜੇ ਮਾਣਦੇ ਆ ਸੁੱਖ, ਜੇ ਮਾਣਨਾ ਪਰਿਵਾਰ ਦਾ ਨਿੱਘ, ਤੇ ਫਿਰ ਮਰਦਾਨਿਆਂ ਜਾ, ਚਲਾ ਜਾ, ਜਾ ਕੇ ਸਾਡੇ ਪਿਤਾ ਜੀ ਨੂੰ ਸਾਡੀ ਖਬਰ ਵੀ ਦੇ ਦੇਈਂ ਤੇ ਤਲਵੰਡੀ 'ਚ ਰਹਿ ਕੇ ਸੁੱਖ ਵੀ ਮਾਣ ਲਵੇਂ। ਬੈਸਨ ਰਹਿਣ ਮਿਲਣ ਪਰਿਵਾਰਾ, ਪਰਿਵਾਰ ਨਾਲ ਜੇ ਬਹਿਣਾ ਮਿਲਣਾ, ਮੁੜ ਕੇ ਸਾਡੇ ਨਾਲ ਆਵੇ ਤੇ ਆਖੇ ਜੀ ਮੇਰੇ ਬੱਚਿਆਂ ਦਾ ਖਬਰੇ ਪਿੱਛੇ ਕੀ ਹੋਣਾ, ਕੀ ਹੋਵੇਗਾ ਪਰਿਵਾਰ ਦਾ ਹਾਲ। ਜੇ ਹੀ ਸਵਾਲ ਜਵਾਬ ਕਰਨੇ ਆ ਫਿਰ ਸਾਡੇ ਨਾਲ, ਤੇ ਇਹਦੇ ਨਾਲੋਂ ਚੰਗਾ ਤੂੰ ਹੁਣੇ ਹੀ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਬੱਚਿਆਂ ਵਿੱਚ ਬੈਠ। ਇਹ ਬਾਤਾਂ ਸਭ ਮਧ ਆਗਾਰਾ, ਇਹ ਗੱਲਾਂ ਤਾਂ ਫਿਰ ਘਰ ਵਿੱਚ ਹੀ ਹੋਣੀਆਂ ਨੇ, ਸਾਡੇ ਨਾਲ ਰਹਿ ਕੇ ਨਹੀਂ ਹੋਣੀਆਂ। ਦੋਹਰਾ ਛੋਧਾ ਨਗਨਤਾ ਜਾਣੀਐ, ਪੁਨ ਰਹਿਨੋ ਉਦਿਆਨ। ਮਹਾਰਾਜ ਜੀ ਕਹਿੰਦੇ ਆ ਕੁਝ ਹੰਡਾਣਾ ਪੈਣਾ ਸਾਡੇ ਨਾਲ ਮਰਦਾਨਿਆਂ, ਜੇ ਚੱਲਣਾ ਤਾਂ ਕੀ ਭੁੱਖ ਹੋ ਸਕਦਾ, ਠੰਡ ਮੀਂਹ ਕਣੀ ਵਿੱਚ ਬਸਤਰ ਵੀ ਨਾ ਮਿਲਣ। ਤੀਜਾ ਜੰਗਲਾਂ ਵਿੱਚ, ਬੀਆਬਾਨ ਉਜਾੜ ਵਿੱਚ ਸਾਡੇ ਨਾਲ ਪਰਬਣਾ ਪੈਣਾ। ਇਹ ਚੀਜ਼ਾਂ ਤੈਨੂੰ ਸਾਡੇ ਨਾਲ ਰਹਿ ਕੇ ਮਿਲਣਗੀਆਂ। ਸੰਗ ਰਹਿਨ ਮਮ ਤੋ ਬਨੈ, ਕਰਿਓ ਔਰ ਪਰਵਾਨ। ਜੇ ਤੂੰ ਆ ਚੀਜ਼ਾਂ ਪ੍ਰਵਾਨ ਕਰਦਾ ਮਰਦਾਨਿਆਂ, ਤੇ ਫਿਰ ਤੇਰਾ ਸਾਡੇ ਨਾਲ ਰਹਿਣਾ ਬਣਦਾ ਹੈ, ਫਿਰ ਤੂੰ ਸਾਡੇ ਨਾਲ ਰਹਿ ਸਕਦਾ ਜੇ ਤੈਨੂੰ ਭੁੱਖ ਮਨਜ਼ੂਰ ਹੈ, ਜੇ ਤੈਨੂੰ ਨਗਨਤਾ ਮਨਜ਼ੂਰ ਹੈ, ਜੇ ਤੈਨੂੰ ਮਨਜ਼ੂਰ ਹੈ ਕਿ ਸਾਡੇ ਨਾਲ ਜੰਗਲਾਂ ਵਿੱਚ, ਉਜਾੜ ਦੇ ਵਿੱਚ ਵੀ ਜਾਣਾ ਪੈਣਾ, ਤਾਂ ਫਿਰ ਤੇਰਾ ਸਾਡੇ ਨਾਲ ਰਹਿਣਾ ਬਣਦਾ ਹੈ, ਤਾਂ ਸਾਡੇ ਨਾਲ ਤੂੰ ਰਹਿ ਕੇ ਚੱਲ ਸਕਦਾ। ਚੌਪਈ ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੋਕੇ। ਭਾਈ ਮਰਦਾਨਾ ਜੀ ਦੀ ਅਵਸਥਾ ਪਹੁੰਚ ਗਈ ਆ ਉੱਥੇ ਜਿੱਥੇ ਸਾਹਿਬ ਪਹੁੰਚਾਉਣਾ ਚਾਹੁੰਦੇ ਸੀ।
ਇਹ ਤਾਂ ਮਹਾਰਾਜ ਜੀ ਦੀ ਖੇਡ ਸੀ। ਜਦੋਂ ਅੱਗੇ ਕਥਾ ਆਉਣੀ ਹੈ, ਜਦੋਂ ਭੁੱਖ ਲੱਗਦੀ, ਪਿਆਸ ਲੱਗਦੀ, ਉਹਦੇ ਨਾਲ ਜੀਵਾਂ ਦਾ ਪਾਰ ਉਤਾਰਾ ਕਰਨਾ ਸੀ। ਮਰਦਾਨੇ ਦੀ ਭੁੱਖ ਦੇ ਬਹਾਨੇ ਕੌਡੇ ਦਾ ਉਧਾਰ ਹੋਣਾ ਸੀ। ਇਹ ਸਤਿਗੁਰਾਂ ਦੀ ਖੇਡ ਸੀ। ਪਰ ਭਾਈ ਮਰਦਾਨਾ ਜੀ ਦੀ ਜਿਹੜੀ ਅਵਸਥਾ ਸੀ ਉਹ ਦੱਸ ਰਹੇ ਨੇ, ਮਹਾਰਾਜ ਮੇਰੇ ਅੰਦਰੋਂ ਤ੍ਰਿਸ਼ਨਾ ਨਾਸ਼ ਹੋ ਗਈ ਹੈ, ਮੇਰੇ ਅੰਦਰੋਂ ਤ੍ਰਿਸ਼ਨਾ ਨਸ ਗਈ ਹੈ, ਮਨ 'ਚ ਤ੍ਰਿਸ਼ਨਾ ਨਹੀਂ ਰਹੀ। ਆਨ ਜਾਣ ਕੇ ਆਸਾ ਚੁਕੇ, ਹੁਣ ਕਿਤੇ ਆਣ ਜਾਣ ਦੀ ਆਸਾ ਨਹੀਂ ਰਹੀ, ਆਸਾ ਦੂਰ ਹੋ ਗਈ ਹੈ। ਤੁਮ ਸਮਾਨ ਕੋ ਨਦਰ ਨ ਆਵੈ, ਮਹਾਰਾਜ ਕਿੱਥੇ ਜਾਵਾਂ ਤੁਹਾਨੂੰ ਛੱਡ ਕੇ, ਕਿਉਂਕਿ ਤੁਹਾਡੇ ਵਰਗਾ ਮੈਨੂੰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ, ਤੁਹਾਡੇ ਵਰਗਾ ਕੋਈ ਦੂਜਾ ਦਿਸਦਾ ਹੀ ਨਹੀਂ। ਮਹਾਰਾਜ ਮੈਂ ਕਿੱਥੇ ਜਾਵਾਂ। ਦਿਨ ਕਰ ਭਿਖ ਖਦਿਓਤ ਨ ਭਾਵੈ, ਜਿਨ੍ਹਾਂ ਨੇ ਸੂਰਜ ਦੀ ਰੌਸ਼ਨੀ ਵੇਖ ਲਈ ਹੋਵੇ ਨਾ, ਉਹ ਫਿਰ ਜੁਗਨੂਆਂ ਦੀ ਲਾਟ ਨਹੀਂ ਵੇਖਦੇ, ਉਹ ਫਿਰ ਟਟਹਿਣਿਆਂ ਦੀ ਰੌਸ਼ਨੀ ਨਹੀਂ ਵੇਖ ਕੇ ਭਰਮਦੇ। ਰਹਿਓ ਸੰਗ ਮੈਂ ਮਨ ਮਹਿ ਠਾਨੀ, ਮੈਂ ਤੁਹਾਡੇ ਨਾਲ ਹੀ ਰਹਾਂਗਾ, ਇਹ ਮੈਂ ਆਪਣੇ ਮਨ 'ਚ ਠਾਣ ਲਈ ਐ। ਸੁਨ ਸ੍ਰੀ ਗੁਰ ਬੋਲੇ ਮ੍ਰਿਦ ਬਾਨੀ, ਇਹ ਸੁਣ ਕੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਜਾਹੋ ਰਬਾਬ ਨਗਰ ਤੇ ਲਿਆਵੋ। ਮਹਾਰਾਜ ਜੀ ਕਹਿੰਦੇ ਜਾਓ ਭਾਈ ਮਰਦਾਨਾ ਜੀ, ਨਗਰ ਵਿੱਚ ਵੇਖ ਕੇ ਕਿਤੋਂ ਰਬਾਬ ਲੈ ਕੇ ਆਓ। ਹੇ ਰਹੋ ਸੁੰਦਰ ਆਨ ਬਜਾਵੋ, ਚੰਗੀ ਰਬਾਬ ਕਿਤੋਂ ਮਿਲੇ ਵੇਖ ਕੇ ਲੈ ਕੇ ਆਓ ਤੇ ਸਾਡੇ ਕੋਲ ਵਜਾਵੋ। ਸੁਨ ਪ੍ਰਭ ਜੀ ਮੈਂ ਕਥਾ ਨਾ ਗਾਇਆ, ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਕਬਹਿ ਨਾ ਗਾਇਆ, ਮਹਾਰਾਜ ਮੈਂ ਤਾਂ ਕਦੇ ਰਬਾਬ ਵਜਾਈ ਨਹੀਂ ਤੇ ਰਬਾਬ ਵਜਾ ਕੇ ਨਾ ਹੀ ਕਦੇ ਗਾਇਆ। ਨਹਿ ਕੋ ਬਾਦਤ ਹਾਥ ਬਜਾਇਆ, ਕਦੇ ਕੋਈ ਸਾਜ਼ ਮੈਂ ਆਪਣੇ ਹੱਥੀਂ ਨਹੀਂ ਵਜਾਇਆ ਮਹਾਰਾਜ ਅੱਜ ਤਾਈਂ। ਕੇਤਕ ਬਾਸਰ ਮੈਂ ਸਿੱਖ ਲਿਓ, ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਕੁਝ ਦਿਨ ਲਾ ਕੇ ਕਿਸੇ ਉਸਤਾਦ ਕੋਲੋਂ ਸਿੱਖ ਨਾ ਲਵਾਂ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਕਦੇ ਕਿਤੇ ਰਬਾਬ ਵਜਾਈ ਨਹੀਂ। ਖਾਲਸਾ ਜੀ ਭਾਈ ਮਰਦਾਨਾ ਜੀ ਸੰਗੀਤ ਦੇ ਇਹੋ ਜਿਹੇ ਮਹਾਨ ਧਰੰਤਰ ਆਚਾਰਿਆ ਸਨ, ਔਰ ਉਹ ਸੰਗੀਤ ਗੁਰੂ ਬਾਬੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਮਿਲਿਆ ਸੀ ਕਿ ਤਾਨ ਸੈਨ ਵਰਗੇ ਗਵਈਏ ਭਾਈ ਮਰਦਾਨੇ ਦੇ ਪੋਤੇ ਚੇਲੇ ਸਨ। ਭਾਈ ਮਰਦਾਨਾ ਜੀ ਦੇ ਸ਼ਾਗਿਰਦ ਸਨ ਹਰੀਦਾਸ ਜੀ, ਜਿਨ੍ਹਾਂ ਭਾਈ ਮਰਦਾਨੇ ਕੋਲੋਂ ਕੀਰਤਨ ਸਿੱਖਿਆ, ਸੰਗੀਤ ਸਿੱਖਿਆ। ਤੇ ਹਰੀਦਾਸ ਦਾ ਚੇਲਾ ਸੀ ਤਾਨ ਸੈਨ। ਅੱਜ ਕੱਲ ਕਿਸੇ ਗਵਈਏ ਨੂੰ ਤਰਜੀਹ ਦੇਣੀ ਹੋਵੇ, ਕਹਿੰਦੇ ਤੂੰ ਬਣਿਆ ਫਿਰਦਾ ਤਾਨ ਸੈਨ, ਯਾਨੀ ਕਿ ਚੰਗਾ ਗਵਈਆ ਸੀ। ਤਾਨ ਸੈਨ ਦਾ ਗੁਰੂ ਸੀ ਹਰੀਦਾਸ, ਤੇ ਹਰੀਦਾਸ ਦੇ ਗੁਰੂ ਸਨ, ਉਸਤਾਦ ਸਨ ਸੰਗੀਤ ਦੇ ਭਾਈ ਸਾਹਿਬ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਕਿਤੋਂ ਸਿੱਖੇ ਨਹੀਂ, ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ, ਉਹਨਾਂ ਦੀ ਦਇਆ ਨਾਲ ਸੰਗੀਤ ਦੀ ਵਿਦਿਆ ਉਹਨਾਂ ਨੂੰ ਹਾਸਲ ਸੀ। ਭਾਈ ਮਰਦਾਨਾ ਜੀ ਕਹਿ ਰਹੇ ਨੇ ਮਹਾਰਾਜ ਮੈਂ ਤਾਂ ਕਦੇ ਸਾਜ਼ ਵਜਾਇਆ ਨਹੀਂ, ਮੈਂ ਕਦੇ ਗਾਇਆ ਨਹੀਂ। ਜੇ ਤੁਹਾਡੀ ਆਗਿਆ ਹੋਵੇ ਤੇ ਕੁਝ ਦਿਨ ਲਾ ਕੇ ਕਿਸੇ ਉਸਤਾਦ ਕੋਲੋਂ ਮੈਂ ਰਬਾਬ ਵਜਾਣੀ ਜਾਂ ਜਿਹੜੇ ਆ ਸਾਜ਼ ਨੇ ਵਜਾਉਣੇ ਸਿੱਖ ਲਵਾਂ। ਗਾਵਨ ਬਹੁਰ ਬਜਾਵਨ ਭੇਉ, ਮਹਾਰਾਜ ਗਾਉਣ ਦਾ ਤੇ ਵਜਾਉਣ ਦਾ ਭੇਦ ਆ ਜਾਏਗਾ। ਸ਼੍ਰੀ ਨਾਨਕ ਬੋਲੇ ਮਨ ਭਾਵਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਜਿਹੜੇ ਸਿੱਖਾਂ ਦੇ ਮਨਾਂ ਨੂੰ ਭਾਉਂਦੇ ਐ। ਗੁਣ ਗਾਵਨ ਦੇ ਬਹੁਰ ਬਜਾਵਨ, ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਹਾਨੂੰ ਅਸੀਂ ਗੁਣ ਦਿੱਤਾ ਸੀ ਸਾਜ਼ ਵਜਾਉਣ ਦਾ ਤੇ ਗਾਉਣ ਦਾ, ਸੋ ਲੈ ਕਰ ਤੈ ਕੈਸੇ ਕੀਨੋ। ਮਹਾਰਾਜ ਜੀ ਕਹਿੰਦੇ ਯਾਦ ਨਹੀਂ ਤੈਨੂੰ ਜਦੋਂ ਸਾਨੂੰ ਦੁਕਾਨ 'ਚ ਆ ਕੇ ਤੈਂ ਮਿਲਿਆ ਸੀ, ਵਧਾਈ ਮੰਗਦਾ ਸੀ ਤੇ ਅਸੀਂ ਤੈਨੂੰ ਦਾਤ ਦਿੱਤੀ ਸੀ ਸੰਗੀਤ ਦੀ, ਅਸੀਂ ਤੈਨੂੰ ਦਾਨ ਦਿੱਤਾ ਸੀ ਸੰਗੀਤ ਦੇ ਵਜਾਉਣ ਦਾ ਗਾਉਣ ਦਾ। ਉਹ ਜਿਹੜਾ ਤੈਨੂੰ ਅਸੀਂ ਗੁਣ ਦਿੱਤਾ ਉਹਦਾ ਲੈ ਕੇ ਕੀ ਕੀਤਾ ਮਰਦਾਨਿਆਂ ਤੂੰ? ਤੈਨੂੰ ਦਿੱਤਾ ਸੀ ਅਸੀਂ ਗੁਣ, ਉਹਦਾ ਲੈ ਕੇ ਤੈਂ ਕੀ ਕੀਤਾ? ਪੂਰਬ ਆਏ ਜੋ ਹਮ ਤੇ ਲੀਨੋ, ਜਿਹੜਾ ਸਾਡੇ ਕੋਲੋਂ ਤੂੰ ਪਹਿਲਾਂ ਹੀ ਆ ਕੇ ਪ੍ਰਾਪਤ ਕੀਤਾ ਸੀ ਉਹਦਾ 10 ਗੁਣ ਦਾ ਕੀ ਕੀਤਾ? ਸੁਨ ਕਰੁਣਾ ਨਿਧ ਜੋ ਤੁਮ ਦੀਨੋ। ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ ਹੈ ਕਰੁਣਾ ਨਿਧ
ਜਿਹੜਾ ਗੁਣ ਤੁਸਾਂ ਨੇ ਮੈਨੂੰ ਦਿੱਤਾ ਸੀ, ਬਖਸ਼ਿਆ ਸੀ ਕੀਰਤਨ ਦਾ, ਸੋ ਤੋ ਮੈਂ ਕਿਤ ਖਰਚ ਨਾ ਕੀਨੋ। ਮਹਾਰਾਜ ਉਹ ਤਾਂ ਮੈਂ ਸਾਂਭ ਕੇ ਅੰਦਰ ਹੀ ਰੱਖਿਆ, ਉਹਦਾ ਹਾਲੇ ਕਿਤੇ ਖਰਚਿਆ ਹੀ ਨਹੀਂ ਮਹਾਰਾਜ। ਅੱਜ ਤਾਈਂ ਉਹ ਮੈਂ ਵਰਤ ਕੇ ਹੀ ਨਹੀਂ ਵੇਖਿਆ ਉਹ ਗੁਣ ਮਹਾਰਾਜ ਜੀ ਜਿਹੜਾ ਤੁਸੀਂ ਦਿੱਤਾ ਹੈ। ਸ੍ਰੀ ਗੁਰੂ ਪਨੈ ਨਾ ਬਚਨ ਹਟਾਵੋ। ਮਹਾਰਾਜ ਜੀ ਕਹਿੰਦੇ ਫਿਰ ਮਰਦਾਨਿਆ ਹੁਣ ਬਚਨ ਨਾ ਮੋੜੀ, ਸਾਡਾ ਬਚਨ ਨਾ ਹਟਾਈ। ਪੁਰਤੇ ਆਨ ਰਬਾਬ ਬਜਾਵੋ। ਜਾ ਛੇਤੀ ਜਾ ਨਗਰ ਵਿੱਚੋਂ ਲਿਆ ਕੇ ਤੋ ਰਬਾਬ, ਤੇ ਰਬਾਬ ਲਿਆ ਕੇ ਸਾਡੇ ਕੋਲ ਹਦੂਰ ਬਹਿ ਕੇ ਵਜਾ। ਸੁਣਤ ਉਠਿਓ ਤੂਰਨ ਮਰਦਾਨਾ। ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਸਤ ਬਚਨ ਕਹਿ ਕੇ ਭਾਈ ਮਰਦਾਨਾ ਜੀ ਉੱਠ ਕੇ ਗਏ। ਕੋਜਨ ਹਿਤ ਗਾਪੁਰ ਸੁਲਤਾਨਾ। ਸੁਲਤਾਨਪੁਰ ਸਾਹਿਬ ਨਗਰ ਵਿੱਚ ਲੱਭਣ ਲੱਗੇ, ਭਾਲਣ ਲੱਗੇ ਵੀ ਕਿਤੋਂ ਰਬਾਬ ਮਿਲੇ। ਢਾਡੇ ਗਾਵੈ ਅਗਰ ਪਠਾਨਾ। ਪਰਮੇਸ਼ਰ ਵੱਲੋਂ ਹੀ ਇੱਕ ਇਹੋ ਜਿਹੇ ਪਠਾਨ ਕੋਲ ਗਏ ਜਿਹੜਾ ਢਾਡੀ ਸੀ, ਗਵਈਆ ਸੀ, ਗਾ ਰਿਹਾ ਸੀ, ਢਾਡੀ ਸੀ। ਉਹ ਗਾਉਂਦਾ ਭਾਈ ਮਰਦਾਨੇ ਨੇ ਵੇਖਿਆ। ਹੀਰਤ ਬੈਸ ਗਇਓ ਤੇ ਥਾਨਾ। ਢਾਡੀ ਨੂੰ ਗਾਉਂਦਾ ਵੇਖ ਕੇ ਭਾਈ ਮਰਦਾਨਾ ਜੀ ਉਹਦੇ ਕੋਲ ਬਹਿ ਕੇ ਸੁਣਨ ਲੱਗ ਪਏ। ਉਹ ਪਠਾਨ ਢਾਡੀ ਸੀ ਜਿਹੜਾ ਗਾ ਰਿਹਾ ਸੀ, ਉਹਦੇ ਸਾਹਮਣੇ ਭਾਈ ਮਰਦਾਨਾ ਜੀ ਬਹਿ ਕੇ ਸੁਣਨ ਲੱਗ ਪਏ। ਦੋਹਰਾ ਜਬ ਪਠਾਨ ਨਿਜ ਘਰ ਗਇਓ, ਮਰਦਾਨਾ ਬਚ ਪ੍ਰਾਹੇ। ਜਦੋਂ ਪਠਾਨ ਨੇ ਵਾਰਾਂ ਗਾ ਹਟੀਆਂ, ਉਹ ਸਮਾਪਤੀ ਕਰਕੇ ਆਪਣੇ ਘਰ ਗਿਆ ਤੇ ਭਾਈ ਮਰਦਾਨਾ ਜੀ ਉਹਦੇ ਪਿੱਛੇ ਪਿੱਛੇ ਟੁਰ ਕੇ ਉਹਦੇ ਘਰ ਚਲੇ ਗਏ। ਉਹਦੇ ਪਿੱਛੇ ਪਿੱਛੇ ਨਾਲ ਹੀ ਉਹਦੇ ਘਰ ਪਹੁੰਚ ਗਏ। ਸ਼ੁਭ ਨਰ ਏਕ ਹਕਾਰ ਆਏ, ਚਲ ਢਾਡੇ ਤਿਸ ਪਾਹੇ। ਜਾ ਕੇ ਭਾਈ ਮਰਦਾਨਾ ਜੀ ਕਹਿੰਦੇ ਵੇ ਵੀਰ ਢਾਡੀਆ ਸੁਣ, ਤੈਨੂੰ ਇੱਕ ਬੜੇ ਸ਼ੁਭ ਨਰ ਨੇ ਸੰਸਾਰ ਵਿੱਚ, ਇੱਕੋ ਇੱਕ ਸ਼ੁਭ ਨਰ ਨੇ ਇਸ ਵਕਤ, ਉਹ ਤੈਨੂੰ ਆਪਣੇ ਕੋਲ ਸੱਦਦੇ ਨੇ, ਚੱਲੇਗਾ ਨਾਲ ਮੇਰੇ। ਭਾਈ ਮਰਦਾਨਾ ਜੋ ਢਾਡੀ ਨੂੰ ਕਹਿੰਦੇ ਬੜੇ ਸ਼ੁਭ ਨਰ ਨੇ ਜੋ ਤੈਨੂੰ ਆਪਣੇ ਕੋਲ ਸੱਦ ਰਹੇ ਨੇ, ਬੁਲਾ ਰਹੇ ਨੇ, ਤੂੰ ਮੇਰੇ ਨਾਲ ਚੱਲ। ਚੌਪਈ ਲੈ ਕਰ ਸੰਗਤ ਸਹਿਤ ਤਕਾਲਾ। ਕਹਿਣ ਲੱਗਾ ਜੇ ਐਸੇ ਕੋਈ ਸ੍ਰੇਸ਼ਟ ਵਿਅਕਤੀ ਨੇ ਮੈਂ ਨਾਲ ਚੱਲਾਂਗਾ। ਭਾਈ ਮਰਦਾਨਾ ਜੀ ਕਹਿੰਦੇ ਆ ਜਿਹੜਾ ਸਾਜ਼ ਹੈ ਤੇਰੇ ਕੋਲ ਰਬਾਬ, ਇਹ ਨਾਲ ਲੈ ਲੈ। ਕਹਿੰਦਾ ਜੀ ਲੈ ਲੈਣਾ। ਉਹਨੂੰ ਨਾਲ ਲੈ ਕੇ ਭਾਈ ਮਰਦਾਨਾ ਜੀ ਜਗਤ ਗੁਰੂ ਪਾਤਸ਼ਾਹ ਕੋਲ, ਜੰਗਲ 'ਚ ਮਹਾਰਾਜ ਜੀ ਬੈਠੇ, ਬਾਹਰ ਬੀਆਬਾਨ ਉਜਾੜ ਸੀ, ਉੱਥੇ ਲੈ ਕੇ ਗਏ। ਆਇਓ ਬੈਸੇ ਜਾਹੇ ਕਿਰਪਾਲਾ। ਜਿੱਥੇ ਪਰਮ ਕਿਰਪਾਲੂ ਦਿਆਲੂ ਦਇਆਨਿਧ ਸਾਹਿਬ ਜੀ ਬੈਠੇ ਹਨ। ਲਗੇ ਸਮਾਦ ਨੈਣ ਅਨ ਖੁੱਲੇ। ਮਹਾਰਾਜ ਜੀ ਦੀ ਸਮਾਧੀ ਲੱਗੀ ਆ, ਨੇਤਰ ਬੰਦ ਨੇ, ਅੱਧੀਆਂ ਅੱਖਾਂ ਖੁੱਲੀਆਂ ਨੇ, ਅੱਧੀਆਂ ਬੰਦ ਹਨ। ਦਿਪਤ ਰੂਪ ਦੁਤ ਦੁਖ ਦਲ ਮਲੇ। ਮਹਾਰਾਜ ਜੀ ਦਾ ਮੁਖ ਐਸਾ ਸੁੰਦਰ ਹੈ, ਦਿਪਤ ਰੂਪ ਦੁਤ ਦੁਖ ਦਲ ਮਲੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਦਲੇ ਮਲੇ ਜਾਂਦੇ ਹਨ। ਐਸਾ ਸੋਹਣਾ ਰੂਪ ਜਿਸ ਦੇ ਦੀਦਾਰ ਕਰੀਏ ਤੇ ਸਾਰੇ ਹੀ ਦੁੱਖ ਦਲੇ ਮਲੇ ਜਾਂਦੇ ਹਨ। ਰੇ ਰਬਾਬ ਢਾਡੇ ਕਰ ਮਾਹੇ। ਉਹ ਜਿਹੜਾ ਢਾਡੀ ਸੀ ਪਠਾਨ, ਹੱਥ 'ਚ ਉਹਦੇ ਰਬਾਬ ਹੈ, ਨਾਲ ਲੈ ਕੇ ਹਾਰ ਬਜਾਏ ਰਾਗ ਸੁਰ ਪ੍ਰਾਹੇ। ਉਹ ਮਹਾਰਾਜ ਜੀ ਦੇ ਚਰਨਾਂ 'ਚ ਬਹਿ ਗਿਆ ਤੇ ਰਬਾਬ ਵਜਾਉਣ ਲੱਗਾ। ਰਬਾਬ ਵਜਾ ਕੇ ਸੁਰ ਕਰਕੇ ਗਾਇਨ ਕਰਨ ਲੱਗਾ। ਸੁਨਤ ਬਲੋਚਨ ਪੰਕਜ ਬਿਗਸੇ। ਮਹਾਰਾਜ ਜੀ ਨੇ ਜਦੋਂ ਉਹਦੀ ਰਬਾਬ ਸੁਣੀ, ਸੁਣ ਕੇ ਗੁਰਦੇਵ ਦੇ ਕਮਲ ਸਰੀਖੇ ਸੋਹਣੇ ਜੇ ਨੇਤਰ ਖੁੱਲੇ ਨੇ। ਭਜੇ ਨ ਅਸ ਗੁਰ ਬਰ ਨਰ ਤਿਕਛੇ। ਆਹ ਕਹਿੰਦੇ ਐਸਾ ਸੋਹਣਾ ਰੂਪ ਹੈ, ਜਿਹੜੇ ਗੁਰੂ ਕੇ ਸਿੱਖ ਨੇ ਸਤਿਗੁਰਾਂ ਦੇ ਇਹੋ ਜਿਹੇ ਸੋਹਣੇ ਸਰੂਪ ਨੂੰ ਤਜਦੇ ਨਹੀਂ, ਤਿਆਗਦੇ ਨਹੀਂ। ਇਹੋ ਜਿਹੇ ਸੋਹਣੇ ਰੂਪ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਐ। ਪਨਹਿ ਬਚਨ ਤੂੰ ਲੈ ਮਰਦਾਨਾ। ਭਾਈ ਮਰਦਾਨੇ ਨੂੰ ਸਤਿਗੁਰੂ ਜੀ ਕਹਿੰਦੇ ਮਰਦਾਨਾ ਜੀ ਏਦਾਂ ਕਰੋ, ਇਹ ਰਬਾਬ ਤੁਸੀਂ ਲੈ ਲਓ ਹੱਥ ਵਿੱਚ। ਪਹਿਲਾਂ ਉਹ ਪਠਾਨ ਨੇ ਵਜਾਈ, ਮਹਾਰਾਜ ਜੀ ਨੇ ਸੁਣੀ ਰਬਾਬ। ਪਾਤਸ਼ਾਹ ਕਹਿੰਦੇ ਮਰਦਾਨਾ ਜੀ ਇਹ ਰਬਾਬ ਲਓ ਤੁਸੀਂ ਆਪਣੇ ਹੱਥਾਂ 'ਚ ਤੇ ਤੁਸੀਂ ਵਜਾਓ। ਤਾਰ ਬਜਾਵੋ ਰਾਗ ਨਿਧਾਨਾ। ਔਰ ਸੋਹਣਿਆ ਰਾਗਾਂ ਦੇ ਖਜ਼ਾਨੇ ਦੇ ਸਹਿਤ
ਇਸ ਰਬਾਬ ਦੀ ਤਾਰ ਨੂੰ ਵਜਾਓ, ਇਸ ਦੀ ਤੰਦੀ ਨੂੰ ਛੇੜੋ। ਆਏ ਸਮਾਨ ਪਾਨ ਮਹਲੀਨਾ। ਭਾਈ ਮਰਦਾਨਾ ਜੀ ਨੇ ਸਾਹਿਬ ਦਾ ਹੁਕਮ ਮੰਨ ਕੇ ਉਹ ਰਬਾਬ ਆਪਣੇ ਹੱਥਾਂ ਵਿੱਚ ਲਈ। ਕਰ ਸੁਰ ਤਾਰ ਬਜਾਵਨ ਕੀਨਾ। ਰਬਾਬ ਨੂੰ ਸੁਰ ਕਰਕੇ ਭਾਈ ਮਰਦਾਨਾ ਜੀ ਹੱਥ ਵਿੱਚ ਜਿਹੜੀ ਜੀਲ ਫੜੀ ਹੁੰਦੀ ਹੈ ਉਹਦੇ ਨਾਲ ਰਬਾਬ ਵਜਾਉਣ ਲੱਗੇ। ਓਹਰਾ ਸੁਨ ਬਨ ਕੇ ਬ੍ਰਿਖ ਤਿਤ ਸਮੈ, ਚੋਵਨ ਰਸ ਵੱਡ ਲਾਗ। ਭਾਈ ਮਰਦਾਨਾ ਜੀ ਨੇ ਜਦੋਂ ਤੰਦੀ ਛੇੜੀ ਆ ਨਾ ਰਬਾਬ ਦੀ, ਭਾਈ ਮਰਦਾਨੇ ਦੇ ਨੇਤਰ ਮੁੰਦੇ ਗਏ, ਸਮਾਧੀ 'ਚ ਚਲੇ ਗਏ। ਸੱਚਖੰਡ ਤੋਂ ਆਇਆ ਸੰਗੀਤ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਸ ਰਬਾਬ ਦੇ ਵਿੱਚ ਵੱਜਣ ਲੱਗਾ। ਰਬਾਬ ਦੀ ਆਵਾਜ਼ ਐਸੀ ਸੁੰਦਰ ਵੱਜੀ, ਜਿਸ ਆਵਾਜ਼ ਨੂੰ ਸੁਣ ਕੇ ਜਿੰਨੇ ਦਰਖਤ ਸਨ ਜੰਗਲ ਦੇ, ਉਹਨਾਂ ਦਰਖਤਾਂ ਵਿੱਚੋਂ ਵੀ ਰਸ ਨੁਚੜਨ ਲੱਗਾ ਹੈ। ਚੋਵਨ ਰਸ ਵੱਡ ਲਾਗ। ਆਹਾ, ਕਹਿੰਦੇ ਰਸ ਚੋਣ ਲੱਗਾ ਦਰਖਤਾਂ ਦੇ ਵਿੱਚੋਂ ਵੀ। ਬਰਨ ਬਰਨ ਬਰ ਬਹਿਗ ਜੇ, ਉਮ ਗਇਓ ਤਿਨ ਅਨੁਰਾਗ। ਬਰਨ ਬਰਨ ਬਾਰ ਬਿਹੰਗ ਜੇ, ਜਿੰਨੇ ਉੱਥੇ ਰੰਗ ਰੰਗ ਦੇ ਪੰਛੀ ਸਨ ਜੰਗਲ ਵਿੱਚ, ਉਹਨਾਂ ਅੰਦਰ ਵੀ ਅਨੁਰਾਗ ਪੈਦਾ ਹੋ ਗਿਆ। ਉਹ ਪੰਛੀ ਵੀ ਸੁੰਨ ਮੁੰਨ ਹੋ ਕੇ ਦਰਖਤਾਂ ਦੇ ਟਹਿਣੀਆਂ ਦੇ ਉੱਤੇ ਬੈਠੇ ਰਬਾਬ ਦੀ ਆਵਾਜ਼ ਨੂੰ ਸੁਣ ਰਹੇ ਹਨ। ਚੌਪਈ ਤੀਰ ਸਮੇਰ ਰਹੇ ਥਿਰ ਹੋਏ। ਕਹਿੰਦੇ ਜਿਹੜੀ ਹਵਾ ਚੱਲ ਰਹੀ ਸੀ ਨਾ ਜੰਗਲ ਦੀ, ਉਹ ਰੁਕ ਗਈ, ਉਹ ਥੰਮ ਗਈ, ਰੁਕ ਗਈ। ਚੱਲਣ ਵਾਲੀ ਹਵਾ ਵੀ ਰੁਕ ਕੇ ਸੁਣਨ ਲੱਗੀ। ਸੁਨੇ ਤਾਨ ਮੋਹੇ ਸਭ ਕੋਏ। ਜਿਹਨੇ ਉਸ ਰਬਾਬ ਦੀ ਤਾਣ ਨੂੰ ਸੁਣਿਆ ਉਹ ਮੋਇਆ ਗਿਆ। ਉਹ ਰਬਾਬ ਦੀ ਤਾਨ ਚੋਂ ਆਵਾਜ਼ ਆ ਰਹੀ ਸੀ, ਧੰਨ ਗੁਰੂ ਨਾਨਕ ਤੋਹੀ ਨਿਰੰਕਾਰ। ਧੰਨ ਗੁਰੂ ਨਾਨਕ ਤੋਹੀ ਨਿਰੰਕਾਰ। ਕਹਿੰਦੇ ਐਸੀ ਆਵਾਜ਼ ਜਿਸ ਨੂੰ ਸੁਣ ਕੇ ਦਰਖਤ ਰਸ ਚੋਣ ਲੱਗਾ, ਪੰਛੀ ਰੁਕ ਗਏ ਨੇ, ਹਵਾ ਥੰਮ ਗਈ ਹੈ। ਸੁਨੇ ਤਾਨ ਮੋਹੇ ਸਭ ਕੋਏ। ਜਿਹੜਾ ਵੀ ਇਸ ਤਾਨ ਨੂੰ ਸੁਣਦਾ ਉਹਦਾ ਮਨ ਮੋਹਿਆ ਜਾਂਦਾ ਹੈ। ਜੇ ਤੇ ਜੜ ਚੇਤਨ ਹੈ ਗਏ। ਕਹਿੰਦੇ ਜਿਹੜੇ ਜੜ ਸੀ ਨਾ, ਜੜ ਦਰਖਤ ਜੜ ਹੁੰਦੇ ਐ, ਪੱਤੇ ਜੜ ਹੁੰਦੇ ਐ, ਦਰਖਤਾਂ ਦੇ ਤਣੇ ਜੜ ਹੁੰਦੇ ਨੇ, ਉੱਥੇ ਜੰਗਲ ਵਿੱਚ ਪਏ ਪੱਥਰ ਜੜ ਸੀ। ਕਹਿੰਦੇ ਇਸ ਨਾਦ ਨੂੰ ਸੁਣ ਕੇ ਨਾ, ਰਬਾਬ ਦੀ ਨਾਦ ਨੂੰ ਸੁਣ ਕੇ ਉਹ ਜੜ ਚੀਜ਼ਾਂ ਚੇਤਨ ਹੋ ਗਈਆਂ। ਬੋਲੇ ਸੋ ਨਿਹਾਲ। ਜਿਹ ਤੇ ਜੜ ਚੇਤਨ ਹਵੈ ਗਏ, ਜਿਸ ਨਾਲ ਜੜ ਵੀ ਚੇਤਨ ਹੋ ਗਏ। ਜੇ ਚੇਤਨ ਸੇ ਜੜ ਵਤ ਭਏ। ਜਿਹੜੇ ਜੜ ਸੀ ਉਹ ਚੇਤਨ ਹੋ ਗਏ, ਤੇ ਜਿਹੜੇ ਚੇਤਨ ਸੀ ਤੁਰਨ ਫਿਰਨ ਵਾਲੇ ਜੀਵ ਜੰਤੂ, ਉਹ ਜੜ ਬਣ ਕੇ ਇੱਕ ਜਗ੍ਹਾ ਤੇ ਪੱਥਰ ਬਣ ਕੇ ਖਲੋ ਗਏ ਨੇ। ਉਹ ਰਬਾਬ ਦੀ ਧੁਨ, ਰਬਾਬ ਦੀ ਨਾਦ ਨੂੰ, ਆਵਾਜ਼ ਨੂੰ ਸੁਣ ਕੇ ਇਸ ਤਰ੍ਹਾਂ ਦੀ ਕਲਾ ਵਰਤੀ ਹੈ। ਬਨ ਤੇ ਮਿਰਗ ਆਏ ਪੈ ਠਾਂਡੇ। ਕਹਿੰਦੇ ਜੰਗਲ ਦੇ ਜਿੰਨੇ ਹਿਰਨ ਸੀ, ਦੌੜ ਦੌੜ ਕੇ ਡਾਰਾਂ ਦੀਆਂ ਡਾਰਾਂ ਜਿੱਥੇ ਰਬਾਬ ਵੱਜਦੀ ਸੀ ਉੱਥੇ ਆ ਕੇ ਖਲੋ ਕੇ ਸੁਣਨ ਲੱਗ ਪਏ। ਜਿਵੇਂ ਪੱਥਰ ਦੀਆਂ ਮੂਰਤਾਂ ਨਹੀਂ ਹੋ ਜਾਂਦੇ, ਇਉਂ ਹਿਰਨ ਖਲੋ ਕੇ ਸਾਰੇ ਜੰਗਲ ਦੇ ਬਿਨਾਂ ਡਰ ਤੋਂ ਰਬਾਬ ਦੀ ਆਵਾਜ਼ ਨੂੰ ਸੁਣਨ ਪਹੁੰਚੇ ਹਨ। ਆਤਮਨ ਮਹਿ ਅਨੁਰਾਗ ਹੈ ਬਾਡੇ। ਇਹਨਾਂ ਦੇ ਮਨਾਂ 'ਚ ਬੜਾ ਅਨੁਰਾਗ ਵਧਿਆ, ਪ੍ਰੇਮ ਵਧਿਆ ਹੋਇਆ। ਸੋ ਢਾਡੇ ਸੁਨ ਬਿਸਮੈ ਭਇਓ। ਰਬਾਬ ਉਹ ਢਾਡੀ ਵੀ ਵਜਾਉਂਦਾ ਸੀ, ਪਰ ਅੱਜ ਢਾਡੀ ਦੀਆਂ ਅੱਖਾਂ ਤੱਡੀਆਂ ਰਹੀਆਂ, ਪੱਥਰ ਦੀ ਮੂਰਤ ਬਣ ਕੇ ਹੈਰਾਨ ਹੋਇਆ ਕਿ ਰਬਾਬ ਇਉਂ ਵੀ ਵੱਜਦੀ ਹੈ। ਹੈਰਾਨੀ ਨਾਲ ਵੇਖਦਾ, ਵਿਸਮਾਦ ਵਿੱਚ ਰਬਾਬ ਇੰਜ ਵੀ ਵੱਜ ਸਕਦੀ ਹੈ। ਆਹਾ, ਪੱਤਿਆਂ ਵਿੱਚੋਂ ਰਸ ਨੁਚੜ ਰਿਹਾ, ਹਵਾ ਥੰਮ ਗਈ ਹੈ, ਹਿਰਨਾਂ ਦੀਆਂ ਡਾਰਾਂ ਆ ਕੇ ਆਲੇ ਦੁਆਲੇ ਖਲੋ ਗਈਆਂ ਨੇ, ਪੰਛੀ ਰੁਕ ਗਏ ਨੇ, ਪੱਥਰ ਵੀ ਮੋਮ ਬਣ ਗਏ ਨੇ।
ਹੈਰਾਨ ਹੋ ਰਿਹਾ ਉਹ ਪਠਾਨ ਵੀ ਵੇਖ ਵੇਖ ਕੇ। ਬਿਸਰ ਅਪਾਨਹਿ ਤੇ ਛਿਨ ਗਇਓ। ਉਹਦੇ ਅੰਦਰੋਂ ਵੀ ਉਹਦਾ ਆਪਾ ਭਾਵ ਵਿਸਰ ਗਿਆ, ਉਹਨੂੰ ਆਪਣਾ ਆਪਾ ਭੁੱਲ ਗਿਆ। ਕਿਤਨਕ ਚਿਰ ਭੇ ਬਚਨ ਬਖਾਨਾ। ਕੁਝ ਸਮੇਂ ਬਾਅਦ ਜਦੋਂ ਰਬਾਬ ਵੱਜਦੀ ਰਹੀ, ਕੁਝ ਸਮੇਂ ਬਾਅਦ ਬੋਲੇ, ਵਡ ਗੁਣਵਾਨ ਨਾ ਤੋ ਸਮ ਆਨਾ। ਉਹ ਢਾਡੀ ਬੋਲਿਆ ਭਾਈ ਮਰਦਾਨੇ ਨੂੰ, ਕਹਿੰਦਾ ਵਾਹ ਕਮਾਲ, ਕਹਿੰਦੇ ਇਹੋ ਜਿਹਾ ਢਾਡੀ, ਇਹੋ ਜਿਹਾ ਗੁਣਵਾਨ, ਇਹੋ ਜੀ ਰਬਾਬ ਵਜਾਉਣ ਵਾਲਾ ਮੈਂ ਕਿਤੇ ਨਹੀਂ ਵੇਖਿਆ ਤੇ ਨਹੀਂ ਸੁਣਿਆ। ਵਡ ਗੁਣਵਾਨ ਨਾ ਤੋ ਸਮਿਆਨਾ। ਮਰਦਾਨਾ ਜੀ ਤੁਹਾਡੇ ਵਰਗਾ ਗੁਣਵਾਨ ਹੋਰ ਕੋਈ ਨਹੀਂ। ਬਹੁਤ ਦੇਸ਼ ਢਾਡੀ ਮੈਂ ਦੇਖੇ। ਬੜੇ ਬੜੇ ਦੇਸ਼ਾਂ ਦੇ ਢਾਡੀ, ਗਵਈਏ, ਬਜੰਤਰੀ, ਸਾਜ਼ ਵਜਾਉਣ ਵਾਲੇ ਵੇਖੇ ਨੇ। ਅਸ ਗੁਣ ਕਹੇ ਮੈਂ ਨਹੀਂ ਵਸੇਖੇ। ਪਰ ਇਹੋ ਜਿਹਾ ਗੁਣ ਮੈਂ ਨਹੀਂ ਕਿਸੇ ਚ ਵੇਖਿਆ, ਕਿਸੇ ਚ ਨਹੀਂ ਤੱਕਿਆ। ਦੋਹਰਾ ਸ਼੍ਰੀ ਨਾਨਕ ਬੋਲੇ ਬਹੁਰ, ਕਹਿਓ ਮਰਦਾਨਾ ਬੈਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਹਾਂ ਬਈ ਮਰਦਾਨਿਆਂ ਦੱਸ, ਕਹੋ ਮਰਦਾਨਾ ਜੀ ਬੋਲੋ। ਕੈਸੋ ਗੁਣ ਮਨ ਮਾਨਿਆ, ਗਾਵਨ ਤਾਰ ਬਜੈਨ। ਇਹ ਗੁਣ ਕਿਵੇਂ ਜਾਣਿਆ ਤੁਸੀਂ? ਜਦੋਂ ਇਸ ਤਾਰ ਨੂੰ ਵਜਾਇਆ, ਇਸ ਗੁਣ ਨੂੰ ਤੁਸੀਂ ਕਿਵੇਂ ਆਪਣੇ ਹਿਰਦੇ ਚ ਮਾਣਿਆ? ਦੱਸੋ ਆਪਣੇ ਅਨੁਭਵ ਨੂੰ। ਚੌਪਈ ਸੁਨਹੁ ਪ੍ਰਭੂ ਆਨਨ ਇੱਕ ਮੇਰੋ। ਭਾਈ ਮਰਦਾਨੇ ਦੇ ਹੱਥ ਜੁੜੇ, ਆਖਿਆ ਸਾਹਿਬ ਮੇਰਾ ਇੱਕ ਮੁਖ ਹੈ, ਮੇਰਾ ਇੱਕ ਮੂੰਹ ਹੈ, ਇੱਕ ਮੁਖ ਹੈ। ਕਹਿ ਬਿਦ ਸੁਜਸ ਬਖਾਨੋ ਤੇਰੋ। ਮੈਂ ਆਪਣੇ ਇੱਕ ਮੂੰਹ ਨਾਲ ਤੁਹਾਡਾ ਸੁਜਸ ਕਿਤਨਾ ਕੋ ਵਰਣਨ ਕਰਕੇ ਕਹਾਂ ਨਹੀਂ ਕਹਿ ਸਕਦਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕੇ ਨਹੀਂ ਲਹੀਐ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਧਾਨ। ਮਹਾਰਾਜ ਬੇਅੰਤ ਗੁਣਾਂ ਦੇ ਮਾਲਕ ਹੋ। ਮੇਰੀ ਜੇਬਾ ਇੱਕ ਹੈ, ਮੁਖ ਇੱਕ ਹੈ, ਮੈਂ ਆਪਣੇ ਇੱਕ ਮੂੰਹ ਨਾਲ ਤੁਹਾਡੀਆਂ ਕੀ ਸਿਫਤਾਂ ਕਰਾਂ। ਮੇਰੇ ਸਿਫਤਾਂ ਦੇ ਦਾਤੇ ਸਾਹਿਬ ਜੀ, ਕਿਤਨੀ ਕੁ ਵਡਿਆਈ, ਕਿਤਨੇ ਕੁ ਗੁਣ ਕਹਾਂ। ਪੂਰਨ ਪੁਰਖ ਕੇ ਆਪ ਖੁਦਾਏ। ਪੂਰਨ ਪੁਰਖ ਹੋ ਕੇ ਆਪ ਹੀ ਖੁਦਾ ਹੋ ਇਸ ਧਰਤੀ ਦੇ ਉੱਤੇ। ਇਹ ਬਚਤੇ ਮੁਝ ਅਸ ਗੁਣ ਆਏ। ਤੁਹਾਡੇ ਬਚਨ ਨਾਲ ਹੀ ਮੈਨੂੰ ਇਹ ਗੁਣ ਆ ਗਿਆ ਮਹਾਰਾਜ। ਤੁਹਾਡਾ ਬਚਨ ਹੋਇਆ ਤੇ ਮੇਰੇ ਕੋਲੇ ਗੁਣ ਆ ਗਿਆ ਹੈ। ਗਾਏ ਨ ਕਬਹੂ ਤਾਰ ਬਜਾਇਆ। ਮਹਾਰਾਜ ਮੈਂ ਨਹੀਂ ਅੱਜ ਤੋਂ ਪਹਿਲਾਂ ਕਦੇ ਗਾਇਆ ਤੇ ਨਾ ਹੀ ਕਦੇ ਰਬਾਬ ਵਜਾਈ। ਅਬ ਹੈ ਅਚਾਨਕ ਗੁਣ ਮੈਂ ਪਾਇਆ। ਅਚਾਨਕ ਹੀ ਮਹਾਰਾਜ ਜਦੋਂ ਜੀਲ ਰੱਖੀ ਨਾ ਉੱਤੇ ਰਬਾਬ ਦੀਆਂ ਤੰਦਾਂ ਉੱਤੇ, ਤੇ ਮਹਾਰਾਜ ਸੁੱਤੇ ਸਿੱਧੀ ਹੱਥ ਚੱਲਣ ਲੱਗ ਪਿਆ। ਮੈਨੂੰ ਨਹੀਂ ਪਤਾ ਕਿਵੇਂ ਆਇਆ ਇਹ ਗੁਣ ਮੇਰੇ ਪਾਸ, ਤੁਹਾਡੀ ਕਿਰਪਾ ਨਾਲ। ਅੱਜ ਤੋਂ ਪਹਿਲਾਂ ਮੈਂ ਕਦੇ ਨਹੀਂ ਸੀ ਵਜਾਈ ਰਬਾਬ, ਕਦੇ ਨਹੀਂ ਸੀ ਗਾਇਆ। ਉਠੋ ਬੰਦ ਕਰ ਕੀਨੀ ਬੰਧਨ। ਭਾਈ ਮਰਦਾਨਾ ਜੀ ਉੱਠੇ, ਹੱਥ ਜੋੜੇ, ਜਗਤ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ। ਤਵ ਦਰਸ਼ਨ ਤ੍ਰੈ ਤਾਪ ਨਿਕੰਦਨ। ਮਹਾਰਾਜ ਤੁਹਾਡੇ ਦਰਸ਼ਨ ਕੀਤਿਆਂ ਮੇਰੇ ਤਿੰਨੇ ਤਾਪ ਦੂਰ ਹੋ ਗਏ ਹੈ, ਤਿੰਨਾਂ ਤਾਪਾਂ ਦੀ ਨਿਰਵਿਰਤੀ ਹੋ ਗਈ ਹੈ। ਜੇ ਬਿਦ ਬਦਨ ਬਦਹੋ ਸੁਖ ਧਾਮਾ। ਇਹ ਸੁੱਖਾਂ ਦੇ ਦਾਤੇ ਜੋ ਆਪਣੇ ਮੁਖੋਂ ਕਹੋਗੇ, ਤੇ ਬਿਦ ਕਰਹੁ ਅਬ ਹੈ ਸੁਖ ਕਾਮਾ। ਇਹ ਸੁੱਖਾਂ ਦੇ ਦਾਤੇ ਉਹੀ ਕੁਝ ਮੈਂ ਕਰਾਂਗਾ ਹੁਣ ਜੋ ਤੁਸੀਂ ਕਹੋਗੇ। ਸੁਨ ਬੋਲੇ ਪ੍ਰਭ ਦੀਨ ਦਇਆਲਾ। ਇਹਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਬੋਲੇ, ਲਿਹੋ ਰਬਾਬ ਜੋ ਰੁਚਰ ਬਿਸਾਲਾ। ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਇਹੋ ਜੀ ਕੋਈ ਸੋਹਣੀ ਜੀ ਰਬਾਬ ਲਿਆਓ ਵਧੀਆ ਜੀ ਲੱਭ ਕੇ। ਦੋਹਰਾ ਪ੍ਰਭ ਜੇ ਲਿਹੋ ਤੰਬੂਰ ਕੋ, ਸ਼ੁਭ ਆਵਾਜ਼ ਹੋਏ ਜਾਹੇ।
ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਰਬਾਬ ਲੈ ਆਉਨੇ ਆ ਠੀਕ ਹੈ, ਪਰ ਮੇਰਾ ਮਨ ਕਹਿੰਦਾ ਵੀ ਇੱਕ ਛੋਟਾ ਜਿਹਾ ਤੰਬੂਰ ਨਾ ਲੈ ਆਵਾਂ। ਤੰਬੂਰ ਹੁੰਦੀ ਛੋਟੀ ਜਿਹੀ ਢੋਲਕ, ਵੀ ਢੋਲਕੀ ਨਾਲ ਗਾਉਣਾ ਵਧੀਆ ਹੁੰਦਾ ਤੇ ਉਹ ਹੌਲੀ ਵੀ ਹੁੰਦੀ ਆ ਮਹਾਰਾਜ, ਉਹਨੂੰ ਚੁੱਕਣਾ ਸੁੱਖਣਾ ਸੌਖਾ ਹੁੰਦਾ। ਤੇ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਤੰਬੂਰ ਨਾ ਲੈ ਆਵਾਂ। ਹਾਂਜੀ। ਸੁੰਦਰ ਹਰ ਵੋ ਭਾਰ ਮਹਿ ਗਾਏ ਬਜਾਵੋਂ ਤਾਹੇ। ਨਾਲੇ ਮਹਾਰਾਜ ਸੋਹਣੀ ਲੱਗਦੀ ਆ ਵੇਖਣ ਨੂੰ ਤੇ ਵਜਾਉਣੀ ਸੌਖੀ ਹੁੰਦੀ ਹੈ ਤੇ ਚੁੱਕਣ ਨੂੰ ਵੀ ਹੌਲੀ ਹੁੰਦੀ ਹੈ ਤੇ ਉਹਦੇ ਨਾਲ ਗਾਉਣਾ ਵੀ ਸੌਖਾ ਹੁੰਦਾ ਹੈ। ਚੌਪਈ ਸ੍ਰੀ ਮੁਖ ਬੋਲੇ ਸੁਨ ਮਰਦਾਨਾ। ਮਹਾਰਾਜ ਜੀ ਸੁਣ ਕੇ ਕਹਿੰਦੇ, ਮਰਦਾਨਾ ਜੀ ਸੁਣੋ, ਸੂਧੋ ਬਾਦਤ ਇਹ ਸੁਖ ਸਾਨਾ। ਮਹਾਰਾਜ ਜੀ ਕਹਿੰਦੇ ਜਿਹੜੀ ਇਹ ਰਬਾਬ ਹੈ ਨਾ ਮਰਦਾਨਿਆਂ, ਇਹਦੇ ਵਿੱਚ ਦੋਵੇਂ ਚੀਜ਼ਾਂ ਨੇ। ਇਹਦੇ 'ਚ ਰਿਦਮ ਵੀ ਹੈ। ਰਬਾਬ ਦੇ ਨਾਲ ਤਬਲਾ ਨਾ ਵੀ ਹੋਵੇ ਨਾ, ਜੋੜੀ ਨਾ ਵੀ ਹੋਵੇ, ਕੱਲੀ ਰਬਾਬ ਨਾਲ ਗਾਇਆ ਜਾ ਸਕਦਾ, ਕਿਉਂਕਿ ਜਿਹੜਾ ਰਿਦਮ ਤਬਲੇ 'ਚੋਂ ਮਿਲਣਾ ਜਾਂ ਜੋੜੀ 'ਚੋਂ ਮਿਲਣਾ, ਉਹ ਰਬਾਬ ਦੇ ਵਿੱਚੋਂ ਨਾਲ ਨਾਲ ਮਿਲੀ ਜਾਂਦਾ। ਦੋਵੇਂ ਚੀਜ਼ਾਂ ਵਿੱਚੇ ਹੁੰਦੀਆਂ ਇਹਦੇ। ਮਹਾਰਾਜ ਜੀ ਕਹਿੰਦੇ ਸੂਧਾ ਹੈ, ਰਬਾਬ ਨਾਲ ਗਾਇਨ ਕਰਨਾ ਇਹ ਸ਼ਾਂਤਮਈ ਬੜਾ ਸੋਹਣਾ ਸਾਜ਼ ਹੈ। ਮਰਦਾਨਾ ਰਬਾਬ ਵੱਜੇ ਤੇ ਮਨ ਚੰਚਲ ਨਹੀਂ ਹੁੰਦਾ। ਜਦੋਂ ਆ ਢੋਲ ਵਗੈਰਾ ਵੱਜਦੇ ਆ, ਤੰਬੂਰ ਦਾ ਮਤਲਬ ਹੁੰਦਾ ਢੋਲ, ਜਦੋਂ ਉਹ ਵੱਜਦੇ ਨੇ ਉਦੋਂ ਮਨ ਚੰਚਲ ਜਿਹਾ ਹੁੰਦਾ। ਪਾਤਸ਼ਾਹ ਕਹਿੰਦੇ ਰਬਾਬ ਜਿਹੜਾ ਨਾ, ਰਬਾਬ ਇਹ ਬੜਾ ਸੂਧਾ ਹੈ, ਇਹਨੂੰ ਵਜਾਣਾ ਇਹ ਬੜਾ ਸੁੰਦਰ ਸਾਜ਼ ਹੈ। ਅਪਰ ਜੇ ਮਿਲੇ ਅਪਰ ਜੇ ਅਹ ਮਿਲੇ ਚਤੁਰਾਏ। ਬਾਕੀ ਜਿਹੜੇ ਆ ਹੋਰ ਸਾਜ਼ ਤੈਂ ਕਹਿਣਾ, ਇਹਨਾਂ 'ਚ ਚਤਰਾਈ ਵੀ ਮਿਲਦੀ। ਜਦੋਂ ਵਜਾਉਂਦੇ ਤੇ ਬੰਦਾ ਆਪਣੀਆਂ ਕਲਾਕਾਰੀਆਂ ਵਿਖਾਉਂਦਾ, ਉਹਦੇ 'ਚ ਬੰਦਾ ਆਪਣੀਆਂ ਚਲਾਕੀਆਂ ਵਿਖਾਉਂਦਾ, ਚਤਰਾਈਆਂ ਵਿਖਾਉਂਦਾ। ਵਿਸ਼ੈ ਬਾਸਨਾ ਸੋ ਉਪਜਾਈ। ਤੇ ਜਦੋਂ ਕਿਸੇ ਸਾਜ਼ ਨੂੰ ਵਜਾਉਂਦੇ ਆ ਉਹਦੇ 'ਚ ਚਲਾਕੀ ਵਰਤੀ ਜਾਏ, ਉਹਦੇ ਨਾਲ ਫਿਰ ਵਾਸ਼ਨਾ, ਵਿਸ਼ੇ ਵਾਸ਼ਨਾ ਪੈਦਾ ਹੁੰਦੀ ਹੈ। ਸਾਜ਼ ਜਿਹਦੇ 'ਚ ਕੋਈ ਵੀ ਸਾਜ਼ ਹੈ, ਉਹਨੂੰ ਵਜਾਉਂਦਿਆਂ, ਉਹਦੀ ਸਾਧਨਾ ਕਰਦਿਆਂ ਉਹਦੇ ਵਿੱਚ ਖੁੱਭ ਜਾਣਾ ਤੇ ਫਿਰ ਉਹਨੂੰ ਵਜਾਉਣਾ ਗੱਲ ਵੱਖਰੀ ਹੈ। ਪਰ ਉਹਦੇ 'ਚ ਹਰਕਤਾਂ ਕਰਨੀਆਂ, ਚਲਾਕੀਆਂ ਕਰਨੀਆਂ, ਉਹ ਚਲਾਕੀਆਂ ਹਰਕਤਾਂ ਲੋਕਾਂ ਨੂੰ ਤਾਂ ਸਮੋਹਿਤ ਕਰ ਲੈਂਦੀਆਂ ਨੇ, ਪਰ ਉਹ ਅਧਿਆਤਮਿਕ ਜਗਤ ਤੋਂ ਬਿਰਵੇ ਹੋ ਜਾਂਦੇ ਆ। ਉਹਨਾਂ ਚਲਾਕੀਆਂ ਚਤਰਾਈਆਂ ਨੂੰ ਲੋਕਾਂ ਨੂੰ ਵਿਖਾਉਣ ਲਈ ਉਹ ਵਿਖਾ ਲੈਂਦੇ ਆ, ਪ੍ਰਭਾਵਿਤ ਕਰ ਲੈਂਦੇ ਆ, ਪਰ ਆਤਮਿਕ ਆਨੰਦ ਤੋਂ ਬਿਰਵੇ ਹੋ ਜਾਂਦੇ। ਮਹਾਰਾਜ ਜੀ ਕਹਿੰਦੇ ਇਸ ਕਰਕੇ ਇਹ ਰਬਾਬ ਸੋਹਣਾ ਸਾਜ਼ ਹੈ। ਪ੍ਰਭ ਜੀ ਰਾਵਰ ਸੁਭਗ ਰਜ਼ਾਏ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆਪ ਜੀ ਦੀ ਰਜ਼ਾ ਸਿਰ ਮੱਥੇ ਤੇ ਹੈ। ਰੁਚੈ ਜੋ ਤੁਮ ਕੋ ਭਲ ਬਿਦਸਾਏ। ਜੋ ਤੁਹਾਨੂੰ ਪਾਉਂਦਾ ਉਹੀ ਚੰਗਾ। ਦੇਜੈ ਮੋਲ ਅਬਹਿ ਮੈਂ ਜਾਉ। ਮਹਾਰਾਜ ਜੀ ਆ ਲਿਆਓ ਥੋੜੇ ਜਿਹੇ ਖਜ਼ਾਨੇ ਚੋਂ ਮਾਇਆ ਦਾ ਗੱਫਾ ਦਿਓ ਤੇ ਮੈਂ ਰਬਾਬ ਲੈ ਕੇ ਆਵਾਂ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਫਿਰ ਏਦਾਂ ਕਰੋ, ਦਿਓ ਥੋੜੀ ਜਿਹੀ ਮਾਇਆ ਦਾ ਗੱਫਾ ਤੇ ਪਾਤਸ਼ਾਹ ਜੀ ਮੈਂ ਜਾ ਕੇ ਕਿਤੋਂ ਵੇਖ ਕੇ ਚੰਗੀ ਜੀ ਰਬਾਬ ਲੱਭ ਕੇ ਲਿਆਵਾਂ, ਖਰੀਦ ਕੇ। ਖੋਜ ਰਬਾਬ ਨਗਰ ਤੇ ਲਿਆਉ। ਕਿਸੇ ਨਗਰ ਚੋਂ ਜਾ ਕੇ ਚੰਗੀ ਰਬਾਬ ਲਿਆਵਾਂ ਲੱਭ ਕੇ। ਸ੍ਰੀ ਗੁਰੂ ਕਹੈ ਜਾਚ ਨਾ ਜੋ। ਮਹਾਰਾਜ ਜੀ ਕਹਿੰਦੇ ਮਰਦਾਨਿਆ ਜਿਹੜਾ ਇਹ ਮੰਗਣਾ ਹੈ, ਨਹਿ ਕੀਨੀ ਜਾਣਹਿ ਸਭ ਕੋ। ਮਹਾਰਾਜ ਜੀ ਕਹਿੰਦੇ ਇਹ ਨਹੀਂ ਮੰਗਣਾ ਚਾਹੀਏ, ਪਰਮੇਸ਼ਰ ਜਾਣਦਾ ਜੋ ਚਾਹੀਦਾ। ਤਦ ਪਹੁੰਚਾਹੇ ਜਬ ਲਗ ਹੋਇ ਪ੍ਰਾਨੀ। ਪਰ ਬੰਦੇ ਅੰਦਰ ਜਿਹੜੀ ਚਾਹਨਾ ਹੈ ਨਾ ਮਰਦਾਨਿਆ, ਜਦੋਂ ਤੱਕ ਸਾਹ ਚੱਲਦੇ ਆ ਬੰਦਾ ਉਦੋਂ ਤੱਕ ਚਾਹਨਾ ਰੱਖਦਾ ਹੀ ਰੱਖਦਾ। ਹਾਲਾਂਕਿ ਚਾਹਨਾ ਰੱਖਣੀ ਦੀ ਲੋੜ ਨਹੀਂ ਹੁੰਦੀ, ਮਹਾਰਾਜ ਕਹਿੰਦੇ ਮਰਦਾਨਿਆ, ਪਰ ਫਿਰ ਵੀ ਚਾਹਨਾ ਬਾਣੀ ਜਾਂਦੀ ਆ ਬੰਦੇ 'ਚ ਜਦੋਂ ਤੱਕ ਪ੍ਰਾਣ ਚੱਲਦੇ ਐ। ਜਾਚਨ ਕਰਵਾ ਵਹਿ ਗੁਣ ਹਾਨੀ। ਉਹ ਜਿਹੜੀ ਚਾਹਨਾ ਆ ਨਾ ਉਹ ਬੰਦੇ ਨੂੰ ਮੰਗਣ ਲਾ ਦਿੰਦੀ ਹੈ, ਤੇ ਜਦੋਂ ਬੰਦਾ ਮੰਗਦਾ ਉਹਦੇ ਸਾਰੇ ਗੁਣ ਭ੍ਰਸ਼ਟ ਹੋ ਜਾਂਦੇ, ਉਹਦੇ ਸਾਰੇ ਗੁਣ ਨਾਸ ਹੋ ਜਾਂਦੇ ਹਨ। ਦੇਹ ਕਹੈ ਤਾਂ ਖੇ ਸਭ ਗੁਣ ਗੌਰਵ ਪਿੱਠ ਦੇ। ਜਦੋਂ ਕਿਹਾ ਨਾ ਹੱਥ ਤੱਡ ਕੇ ਦੇਈ ਜੀ, ਬਸ ਉਦੋਂ ਹੀ ਸਾਰਾ ਗੁਣ, ਸਾਰੀ ਵਿਦਿਆ ਕੁਰਲ। ਮਰਦਾਨਿਆ ਐਡਾ ਸੋਹਣਾ ਵਜਾਇਆ, ਇੰਨਾ ਸੋਹਣਾ ਗਾਇਆ। ਹੁਣ ਜਦੋਂ ਮੰਗ ਲਿਆ ਤੇ ਮਹਾਰਾਜ ਲਿਆਓ ਮਾਇਆ ਦਾ ਗੱਫਾ। ਪਾਤਸ਼ਾਹ ਕਹਿੰਦੇ ਫਿਰ ਇੱਥੇ ਆ ਕੇ ਤਾਂ ਉਹ ਜਿਹੜੀ ਚਾਹਨਾ ਹੈ ਨਾ ਬੰਦੇ ਦੀ, ਉਹ ਮੰਗਣ ਲਾ ਦਿੰਦੀ ਆ ਬੰਦੇ ਨੂੰ। ਜਦੋਂ ਮੰਗਦਾ ਬੰਦਾ ਉਦੋਂ ਫਿਰ ਸਭ ਕੁਝ ਖੇ ਹੋ ਜਾਂਦਾ ਹੈ।
दोहरा। जाब हो सुसा आवास को, ਮੋਲ ਰਬਾਬ ਕੇ ਹੇਤ। ਅੱਛਾ ਫਿਰ ਜੇ ਲੈਣੇ ਹੀ ਆ ਪੈਸੇ, ਤੂੰ ਕਹਿਣਾ ਵੈਸੇ ਲੋੜ ਨਹੀਂ ਜੇ ਪੈਸਿਆਂ ਦੀ, ਰਬਾਬ ਏਦਾਂ ਹੀ ਮਿਲ ਜਾਣੀ ਸੀ, ਪਰ ਤੂੰ ਕਹਿਣਾ ਤਾਂ ਏਦਾਂ ਕਰ, ਮੇਰੀ ਬੇਬੇ ਦੇ ਘਰ ਜਾ ਤੇ ਬੇਬੇ ਨਾਨਕੀ ਦੇ ਕੋਲ ਜਾ ਕੇ ਉਹਨਾਂ ਕੋਲੋਂ ਮੁੱਲ ਲੈ ਲੈ। ਸੋ ਨ ਗਵਨਯੋ ਗ੍ਰਹਿ ਨਾਨਕੇ, ਤਜ ਬੇਦੀ ਕੁਲ ਕੇਤ। ਭਾਈ ਮਰਦਾਨਾ ਜੀ ਸੁਣ ਕੇ ਉਸੇ ਵੇਲੇ ਬੇਬੇ ਨਾਨਕੀ ਦੇ ਘਰ ਗਏ। ਸੋਰਠਾ ਸੋ ਢਾਡੀ ਕਹਿ ਬੈਨ, ਲੈ ਜਾਏ ਹੋ ਰਬਾਬ ਤੁਮ। ਉਹ ਜਿਹੜਾ ਢਾਡੀ ਬੈਠਾ ਸੀ ਉੱਥੇ ਪਠਾਨ ਰਬਾਬ ਉਹਦੇ ਕੋਲ ਵੀ ਸੀ। ਕਹਿੰਦਾ ਮਹਾਰਾਜ ਤੁਸੀਂ ਹੋਰ ਕੋਈ ਰਬਾਬ ਕਿਉਂ ਲੈਂਦੇ ਹੋ, ਇਹੀ ਲੈ ਲਓ, ਇਹਦੇ ਭਾਗ ਜਾਗੇ ਨੇ, ਇਹ ਰਬਾਬ ਦੇ ਵੀ ਭਾਗ ਜਾਗੇ ਆ ਮਹਾਰਾਜ, ਇਹੀ ਲੈ ਲਓ, ਇਹੀ ਰੱਖ ਲਓ। ਬੋਲੇ ਕਰੁਣਾ ਐਨ, ਪਹੁੰਚਾਓ ਹਮ ਨਿਜ ਨਿਕਟ ਰਖ। ਪਹੁੰਚਿਓ ਹਮ ਸੋ ਨਿਕਟ ਰੱਖ। ਮਹਾਰਾਜ ਜੀ ਕਹਿੰਦੇ ਸੱਜਣ ਜੀ ਇਹ ਪਹੁੰਚ ਗਈ, ਸਾਡੇ ਕੋਲ ਆ ਗਈ, ਇਹ ਹੁਣ ਤੂੰ ਰੱਖ ਲੈ ਆਪਣੇ ਕੋਲ, ਸਾਡੇ ਕੋਲ ਪਹੁੰਚ ਗਈ, ਤੂੰ ਦੇ ਦਿੱਤੀ, ਆਖਿਆ ਮਹਾਰਾਜ ਇਹੀ ਰੱਖ ਲਓ ਤੇ ਆ ਗਈ ਸਾਡੇ ਕੋਲ, ਤੂੰ ਆਪਣੇ ਮਨ 'ਚ ਹੌਸਲਾ ਕਰ ਤੇ ਰੱਖ। ਸੂਰਠਾ ਦਇਆ ਦ੍ਰਿਸ਼ਟ ਕੋ ਦੇਖ ਦੁਰਮਤ, ਦੁੱਖ ਦ੍ਰੁਤ ਦੂਰ ਕੇ। ਦਇਆ ਦ੍ਰਿਸ਼ਟੀ ਨਾਲ ਵੇਖ ਕੇ ਮਹਾਰਾਜ ਜੀ ਨੇ ਉਸ ਪਠਾਨ ਦੀ ਵੀ ਦੁਰਮਤ ਦੂਰ ਕਰਕੇ ਉਹਦੇ ਅੰਦਰ ਵੀ ਸਮਤ ਦਾ ਪ੍ਰਕਾਸ਼ ਕਰ ਦਿੱਤਾ। ਹਰਖ ਵਿਸ਼ੇਖ ਪਰੇਖ, ਲੱਖ ਅਲੇਖ ਨਾ ਵੇਖ ਲੈ। ਮਹਾਰਾਜ ਜੀ ਦੀ ਖੁਸ਼ੀ ਨਾਲ ਬੜਾ ਪ੍ਰਸੰਨ ਹੋਇਆ, ਉਹਨੇ ਜਾਣ ਲਿਆ ਵੀ ਇਹ ਤਾਂ ਆਪ ਹੀ ਅਲੱਖ ਪਾਰ ਬ੍ਰਹਮ ਪਰਮੇਸ਼ਰ ਹਨ, ਸਰੀਰ ਧਾਰਨ ਕਰਕੇ ਬੈਠੇ ਨੇ। ਚੌਪਈ ਸਦਨ ਜਾਏ ਪਾਖਤ ਮਰਦਾਨਾ। ਇਧਰ ਭਾਈ ਮਰਦਾਨਾ ਜੀ ਬੇਬੇ ਨਾਨਕੀ ਨੂੰ ਜਾ ਕੇ ਕਹਿਣ ਲੱਗੇ, ਤਵ ਭਰਾਤਾ ਇੱਕ ਸਵਾਲ ਬਖਾਨਾ। ਕਹਿਣ ਲੱਗੇ ਬੇਬੇ ਤੁਹਾਡੇ ਭਰਾ ਨੇ ਇੱਕ ਸਵਾਲ ਕੀਤਾ, ਯਾਨੀ ਕਿ ਮਾਇਆ ਮੰਗੀ ਹੈ, ਸੁਨ ਹਰਖੇ ਆਨਨ ਬਚ ਭਨਿਆ। ਤੇ ਰਬਾਬ ਲਿਆਉਣੀ ਹੈ, ਉਹਦੇ ਲਈ ਮਾਇਆ ਮੰਗੀ ਹੈ। ਇਹ ਸੁਣਦਿਆਂ ਬੇਬੇ ਨਾਨਕੀ ਨੂੰ ਚਾਅ ਚੜ ਗਿਆ। ਆਜ ਜਨਮ ਮੈਂ ਸਫਲਾ ਗਨਿਆ। ਬੇਬੇ ਨਾਨਕੀ ਕਹਿੰਦੀ ਅੱਜ ਮੇਰਾ ਜਨਮ ਸਫਲ ਹੋ ਗਿਆ, ਮੇਰੇ ਵੀਰ ਨੇ ਮੇਰੇ ਤੋਂ ਇੱਕ ਸਵਾਲ ਕੀਤਾ, ਮੇਰੀ ਜ਼ਿੰਦਗੀ ਮੇਰਾ ਜੀਵਨ ਅੱਜ ਸਫਲ ਹੋ ਗਿਆ ਹੈ। ਧਨ ਭਾਗ ਮੈਂ ਆਪਣਾ ਜਾਣਾ। ਮੈਂ ਆਪਣੇ ਭਾਗ ਧਨ ਜਾਣੇ ਹਨ। ਕਰਹੁ ਨਿਸੰਗ ਸਵਾਲ ਮਰਦਾਨਾ। ਮਰਦਾਨਿਆ ਛੇਤੀ ਦੱਸ ਮੇਰੇ ਵੀਰ ਨੇ ਕੀ ਸਵਾਲ ਕਿਹਾ ਮੈਨੂੰ। ਮੁਝੇ ਨਾ ਜਾਣੈ ਦੀਨ ਆਵਾਸੋ। ਕਹਿਣ ਲੱਗੇ ਮੁਝੇ ਨਾ ਜਾਣੈ ਦੀਨ ਆਵਾਸੂ। ਉਹ ਕਹਿਣ ਲੱਗੇ ਭਾਈ ਮਰਦਾਨਾ ਜੀ ਸੁਣੋ ਜੀ, ਕਰ ਅਭਿਲਾਖ ਰਖਿਓ ਨਿਜ ਪਾਸੋ। ਕਹਿਣ ਲੱਗੇ ਬੇਬੇ ਮੈਨੂੰ ਸਤਿਗੁਰਾਂ ਘਰ ਨਹੀਂ ਜਾਣ ਦਿੱਤਾ, ਉਹਨਾਂ ਮੈਨੂੰ ਆਪਣੇ ਕੋਲ ਰੱਖ ਲਿਆ। ਅਬਹਿ ਰਬਾਬ ਖਰੀਦਨ ਭੇਜਾ। ਉਹਨਾਂ ਮੈਨੂੰ ਰਬਾਬ ਖਰੀਦਣ ਲਈ ਭੇਜਿਆ। ਕਹਿਓ ਮੋਲ ਭਗਨੀ ਤੇ ਲੈ ਜਾ। ਆਖਿਆ ਰਬਾਬ ਲਈ ਮੁੱਲ ਬੇਬੇ ਕੋਲੋਂ ਲੈ ਲੈ। ਭੰਤ ਨਾਨਕੇ ਭਲਾ ਭਇਓ ਹੈ। ਬੇਬੇ ਨਾਨਕੀ ਜੀ ਕਹਿੰਦੇ ਵੀ ਭਲਾ ਹੋਇਆ ਜੇ ਤੂੰ ਭਰਾਤਾ ਨਿਕਟ ਰਹਿਓ ਹੈ। ਤੂੰ ਮੇਰੇ ਭਰਾ ਦੇ ਕੋਲ ਰਹੇਗਾ। ਦੋਹਰਾ ਇਕ ਰਬਾਬ ਕਿਉ ਵਸਤ ਹੈ, ਸਤ ਰਬਾਬ ਲੈ ਦੇਉ। ਮਰਦਾਨਿਆ ਇੱਕ ਰਬਾਬ ਦੀ ਕੀ ਗੱਲ ਹੈ, ਮੈਂ 100 ਰਬਾਬਾਂ ਆਪਣੇ ਵੀਰ ਨੂੰ ਲੈ ਕੇ ਦੇ ਦਿਆਂ। ਸੱਤ ਕਹਿੰਦੇ 100 ਨੂੰ, ਮੈਂ 100 ਰਬਾਬਾਂ ਲੈ ਕੇ ਦੇ ਦਿਆਂ। ਬਦ ਹੋ ਜਾਏ ਸੋ ਦਰ ਜਸੋ, ਸਦਨੈ ਬਦਨ ਦਿਖੇਉ। ਜਾ ਮਰਦਾਨਿਆ ਮੇਰੇ ਵੀਰ ਦੀਆਂ ਸਿਫਤਾਂ ਕਰੀ ਮੇਰੇ ਵੱਲੋਂ ਜਾ ਕੇ ਤੇ ਆਖੀ ਬੇਬੇ ਕਹਿੰਦੀ ਆ ਭਰਾ ਮੈਨੂੰ ਘਰ ਆ ਕੇ ਆਪਣੇ ਦਰਸ਼ਨ ਦੇ ਜਾ, ਬੜੇ ਦਿਨ ਹੋ ਗਏ ਆ ਦਰਸ਼ਨ ਨਹੀਂ ਜੇ ਹੋਏ, ਘਰ ਆ ਕੇ ਮੈਨੂੰ ਦਰਸ਼ਨ ਦੇ ਜਾਣ। ਓ ਪਾਏ ਸੁਨ ਕਰ ਗਵਨਿਓ ਪੁਨ ਮਰਦਾਨਾ। ਸੁਣ ਕੇ ਭਾਈ ਮਰਦਾਨਾ ਜੀ ਗਏ। ਤੁਮਤ ਹਕਾਰੈ ਕਿਰਪਾ ਨਿਧਾਨਾ। ਆਖਿਆ ਮਹਾਰਾਜ ਜੀ
ਬੇਬੇ ਨਾਨਕੀ ਜੀ ਘਰ ਬੁਲਾਉਂਦੇ ਆ, ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ। ਦਰਸ਼ਨ ਕੇ ਉਰ ਬਹੁ ਅਭਿਲਾਖਾ, ਦਰਸ਼ਨਾਂ ਦੇ ਉਹਨਾਂ ਅੰਦਰ ਅਭਿਲਾਖਾ ਹੈ। ਸਾਤਰ ਬਾਬਲਾ ਦਿਓ ਭਾਖਾ, ਉਹ ਕਹਿੰਦੇ ਸੌਰ ਬਾਬਾ ਮੈਂ ਲੈ ਦਿੰਨੀ ਆ, ਮੈਨੂੰ ਦਰਸ਼ਨ ਦੇ ਜਾਣ ਆ ਕੇ। ਸੁਨ ਕਰ ਬੋਲੇ ਦੀਨ ਦਇਆਲਾ, ਭਾਈ ਮਰਦਾਨੇ ਕੋਲੋਂ ਸੁਣ ਕੇ ਸਤਿਗੁਰੂ ਜੀ ਬੋਲੇ, ਮੋਹ ਤੇ ਭਗਨੀ ਬੈਸ ਬਿਸਾਲਾ, ਆਖਿਆ ਮਰਦਾਨਿਆ ਭੈਣ ਮੇਰੇ ਤੋਂ ਵੱਡੀ ਐ, ਤੇਰ ਜਾਏ ਹੋ ਮੇਟਵ ਨਾਹੀ, ਮੈਂ ਬੇਬੇ ਦੀ ਆਗਿਆ ਨਹੀਂ ਮੋੜ ਸਕਦਾ। ਕਿਉ ਭਨ ਚਲੇ ਭਗਨ ਕਰ ਜਾਹੀ, ਚੱਲ ਚੱਲੀਏ ਕਹਿ ਕੇ ਸਤਿਗੁਰੂ ਜੀ ਟੁਰ ਪਏ। ਮੰਦ ਮੰਦ ਜਿਨ ਕੇ ਗਤ ਰੂਰੇ, ਬੜੀ ਸੋਹਣੀ ਚਾਲ ਮੇਰੇ ਸਾਹਿਬ ਟੁਰਦੇ ਜਾਂਦੇ ਆ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਬੜੀ ਸੋਹਣੀ ਚਾਲ ਤੁਰਦੇ ਜਾ ਰਹੇ ਨੇ। ਤਰਹੁ ਜੇ ਧਿਆਨ ਕਾਮਨਾ ਪੂਰੇ, ਜਿਹੜਾ ਸਾਹਿਬ ਦੇ ਇਹੋ ਜਿਹੇ ਰੂਪ ਦਾ ਧਿਆਨ ਧਾਰੇਗਾ ਉਹਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋਣਗੀਆਂ। ਇਹੋ ਜਿਹੇ ਸੋਹਣੇ ਸਵਰੂਪ ਦੇ ਧਿਆਨ ਨੂੰ ਆਪਣੇ ਹਿਰਦੇ 'ਚ ਵਸਾਵੇਗਾ, ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਗਵਨਤ ਮਰਦਾਨਾ ਪਛਾਤੇ, ਸਤਿਗੁਰੂ ਅੱਗੇ ਅੱਗੇ ਟੁਰੇ ਜਾਂਦੇ ਆ ਤੇ ਭਾਈ ਮਰਦਾਨਾ ਜੀ ਪਿੱਛੇ ਪਿੱਛੇ ਜਾ ਰਹੇ ਨੇ। ਸੁਨੋ ਕਥਾ ਸਰਬਹਿ ਸੁਖ ਦਾਤੇ, ਸੁਣੋ ਜੀ ਸਤਿਗੁਰਾਂ ਦੀ ਸੁਖ ਦਾਤੀ ਕਥਾ ਹੈ। ਇਸ ਕਥਾ ਨੂੰ ਸੁਣ ਸੁਣ ਕੇ ਗੁਰਸਿੱਖਾਂ ਨੂੰ ਸੁਖ ਪ੍ਰਾਪਤ ਹੁੰਦਾ। ਪਾਤਸ਼ਾਹ ਜਿਵੇਂ ਬੇਬੇ ਨਾਨਕੀ ਦੇ ਘਰ ਜਾ ਰਹੇ ਨੇ, ਰਬਾਬ ਆ ਰਹੀ ਹੈ ਫਿਰੰਦਾ ਰਬਾਬੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਘਨਾਸ, ਪੂਰਨ ਹੈ ਸਰਬਮ, ਪੰਜਨ ਗੁਣਤਾਸ, ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਿਬੇਕ, ਅਪਰੰਪਰ ਹਰ ਹਰੇ, ਆਪੇ ਹੋਵਨਹਾਰ, ਸੰਤਹ ਕੈ ਸਦਾ ਸੰਗ, ਏ ਧਾਰਾ ਆਧਾਰ, ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਏ, ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਇਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ
ਸਦਾ ਕਰ ਸੇਵੰਦੇ। ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दंडोत बंदन अनेक बार सर्व कला समरथ डोलन ते राखो प्रभु नानक दे कर हथ प्राणनाथ गोविंद गोविंद हे प्राणनाथ गोविंद कृपा निधान जगद गुरु कृपा निधान जगद गुरु जगद गुरु जगद गुरु
हे संसार ताप हरण है करुणा मैं सब दुख हरो हे शरण जोग दयाल दीनानाथ मया करो दीनानाथ मया करो दीनानाथ मया करो शरीर स्वस्थ क्षीण समय सिमरंत नानक सिमरंत नानक राम दामोदर माधव राम दामोदर माधव माधव आनंद गुणे निधान गुरु गरीब निवाज गरीब निवाज गरीब निवाज निर्गुण राख लिया निर्गुण राख लिया